ਸ੍ਰੀ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਣ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਗੁਰੂ ਇਕੰਤ ਹੋਏ ਜਬ ਹੈ, ਕੌਲਾਂ ਦਰਸ਼ਨ ਪਿਆਸ। ਆਈ ਆਤਮੋਦਤ ਹਿਰਦੈ, ਪਰਵਿਸੀ ਤਾਸ ਅਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਦੀਨ ਬੰਧੂ ਕਿਰਪਾ ਨਿਧਾਨ, ਭਗਤ ਵਸ਼ਲ ਪਤਿਤ ਪਾਵਨ, ਹਲਤ ਪਲਤ ਰੱਖਿਅਕ, ਗੁਰਤਾ ਗੱਦੀ ਤੇ ਬਿਰਾਜਮਾਨ, ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ। ਆਪ ਸਰਬੱਤ ਸੰਗਤਾਂ ਬਹੁਤ ਵਡਭਾਗੇ ਹੋ। ਸਤਿਗੁਰਾਂ ਦੀ ਅਪਾਰ ਕਿਰਪਾ ਦਇਆ ਦ੍ਰਿਸ਼ਟੀ ਦੇ ਸਦਕਾ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਇਸ ਪਵਿੱਤਰ ਪਾਵਨ ਸਥਾਨ 'ਤੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਨਤਮਸਤਕ ਹੋ ਰਹੇ ਹੋ। ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਨਿਤਾ ਪ੍ਰਤੀ ਦੇ ਨਿਯਮ ਅਨੁਸਾਰ ਸ਼ਾਮਾਂ ਦੇ ਦੀਵਾਨ ਆਰੰਭ ਹੋ ਰਹੇ ਹਨ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤਮਈ ਗੁਰ ਇਤਿਹਾਸ ਦੀ ਕਥਾ ਵਿਚਾਰ ਨਿਤ ਰੋਜ਼ ਆਪ ਜੀ ਸਰਵਣ ਕਰਦੇ ਹੋ। ਚੱਲ ਰਹੀ ਲੜੀਵਾਰ ਇਤਿਹਾਸਕ ਕਥਾ ਵਿਚਾਰ ਵਿੱਚ ਕੱਲ੍ਹ ਦੇ ਪ੍ਰਸੰਗ 'ਚ ਆਪਾਂ ਸਰਵਣ ਕੀਤਾ ਸੀ
ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ, ਜੋ ਪਿਛਲੇ ਕੁਝ ਸਮੇਂ ਤੋਂ ਡਰੌਲੀ ਨਗਰ ਵਿਖੇ ਰਹਿ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਿਸ਼ ਕਰਕੇ ਗੁਰਸਿੱਖੀ ਗੁਰਮਤ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਕਿਰਤਾਰਥ ਕਰ ਰਹੇ ਸਨ। ਭਾਈ ਸਾਈਂ ਦਾਸ ਬੀਬੀ ਰਾਮੋ ਜੀ ਬਹੁਤ ਚਾਅ ਤੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਤਤਪਰ ਰਹਿੰਦੇ ਹਨ। ਇੱਧਰ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਨੇ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਆਦਿ ਗੁਰਸਿੱਖਾਂ ਨੇ ਚਿੱਠੀ ਲਿਖ ਕੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਕਾਫੀ ਸਮੇਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗਏ ਹੋ। ਸਰਬੱਤ ਸੰਗਤਾਂ ਆਪ ਜੀ ਦੇ ਦਰਸ਼ਨਾਂ ਦੇ ਵਾਸਤੇ ਬਹੁਤ ਜ਼ਿਆਦਾ ਵਿਆਕੁਲ ਹਨ। ਕਿਰਪਾ ਕਰਕੇ ਸਰਬੱਤ ਸੰਗਤਾਂ ਨੂੰ ਦਰਸ਼ਨ ਬਖਸ਼ਿਸ਼ ਕਰਕੇ ਕਿਰਤਾਰਥ ਕਰੋ। ਇਹ ਬੇਨਤੀ ਰੂਪ ਚਿੱਠੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੋਲ ਪਹੁੰਚੀ ਹੈ, ਸਤਿਗੁਰੂ ਜੀ ਨੇ ਸੇਵਕਾਂ ਦੀ ਚਿੱਠੀ ਪੜ੍ਹ ਕੇ ਉਸੇ ਵੇਲੇ ਚੱਲਣ ਦੇ ਵਾਸਤੇ ਤਿਆਰੀ ਕੀਤੀ। ਭਾਈ ਸਾਈਂ ਦਾਸ ਬੀਬੀ ਰਾਮੋ ਜੀ ਨੇ ਮਹਾਰਾਜ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਸਾਡੇ ਕੋਲੋਂ ਕੋਈ ਸੇਵਾ 'ਚ ਕੁਤਾਹੀ ਹੋਈ ਹੈ, ਗਲਤੀ ਹੋਈ ਹੈ। ਆਪ ਜੀ ਨੇ ਅਚਾਨਕ ਹੀ ਚੱਲਣ ਦਾ ਇੱਥੋਂ ਜਿਹੜਾ ਹੈ ਪ੍ਰਣ ਕਰ ਲਿਆ, ਵਿਚਾਰ ਕਰ ਲਈ ਹੈ। ਮਹਾਰਾਜ ਕਹਿਣ ਲੱਗੇ, ਭਾਈ ਸਾਈਂ ਦਾਸ ਜੀ, ਤੁਹਾਡੇ ਪ੍ਰੇਮ ਦੇ ਖਿੱਚੇ ਹੋਏ ਹੀ ਅਸੀਂ ਇੱਥੇ ਆਏ। ਤੁਸੀਂ ਬੜੀ ਭਾਵਨਾ ਨਾਲ ਸੇਵਾ ਕੀਤੀ ਹੈ। ਤੁਹਾਡਾ ਇਸ ਪ੍ਰੇਮ ਨੇ, ਸੇਵਾ ਨੇ ਲੋਕ ਤੇ ਪਰਲੋਕ ਸਵਾਰ ਦਿੱਤਾ ਏ। ਤੁਸੀਂ ਦੋਵਾਂ ਲੋਕਾਂ ਦੇ ਵਿੱਚ ਹੀ ਆਨੰਦ ਮਾਣੋਗੇ। ਪਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਸਾਡੇ ਦਰਸ਼ਨਾਂ ਤੋਂ ਬਿਨਾਂ ਬਹੁਤ ਵਿਆਕੁਲ ਨੇ। ਉਹਨਾਂ ਨੇ ਸਾਨੂੰ ਬੇਨਤੀ ਲਿਖ ਭੇਜੀ ਹੈ ਤੇ ਉਹ ਸਾਰੇ ਗੁਰਸਿੱਖ ਗੁਰੂ ਘਰ ਦੇ ਬੜੇ ਪਿਆਰੇ ਨੇ। ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਹਨ, ਜਿਨ੍ਹਾਂ ਦੀ ਬੇਨਤੀ ਗੁਰੂ ਘਰ ਵਿੱਚ ਸਦਾ ਹੀ ਪ੍ਰਵਾਨ ਹੋਈ ਹੈ। ਇਸ ਕਰਕੇ ਉਹਨਾਂ ਦੀ ਬੇਨਤੀ ਨੂੰ ਮੰਨ ਕੇ ਹੁਣ ਸਾਨੂੰ ਛੇਤੀ ਇੱਥੋਂ ਚੱਲਣਾ ਪਏਗਾ। ਸਰਬੱਤ ਸੰਗਤਾਂ ਨੂੰ ਧੀਰਜ ਦੇ ਕੇ ਬਖਸ਼ਿਸ਼ਾਂ ਕਰਕੇ ਮਹਾਰਾਜ ਡਰੌਲੀ ਨਗਰ ਤੋਂ ਚੱਲ ਕੇ ਸਿੱਖ ਸੂਰਬੀਰਾਂ ਦੇ ਨਾਲ ਪਰਿਵਾਰ ਸਮੇਤ ਰਸਤੇ ਵਿੱਚ ਕੁਝ ਪੜਾਅ ਕਰਦਿਆਂ ਹੋਇਆਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚੇ। ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸਰਬੱਤ ਸੰਗਤਾਂ ਸਤਿਗੁਰੂ ਜੀ ਦਾ ਆਗਮਨ ਸੁਣ ਕੇ ਬਹੁਤ ਆਨੰਦਿਤ ਹੋਈਆਂ। ਬੜਾ ਚਾਅ ਚੜ੍ਹ ਗਿਆ ਮਨ ਵਿੱਚ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਅੱਗਲਵਾਂਡੀ ਮਹਾਰਾਜ ਦਾ ਸਵਾਗਤ ਕਰਨ ਵਾਸਤੇ ਸਾਰੀਆਂ ਸੰਗਤਾਂ ਪਹੁੰਚੀਆਂ। ਬੜੇ ਪ੍ਰੇਮ ਨਾਲ ਸਤਿਗੁਰੂ ਦੇ ਦਰਸ਼ਨ ਕਰਕੇ ਚਰਨਾਂ 'ਤੇ ਨਮਸਕਾਰ ਕਰ ਰਹੀਆਂ, ਸਤਿਗੁਰਾਂ ਤੋਂ ਬਲਿਹਾਰੇ ਜਾ ਰਹੀਆਂ। ਸਤਿਗੁਰਾਂ ਦੇ ਉੱਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ। ਸਾਰਿਆਂ ਦੇ ਮਨਾਂ ਵਿੱਚ ਬਹੁਤ ਜ਼ਿਆਦਾ ਚਾਅ ਹੈ। ਐਸਾ ਚਾਅ ਗੁਰੂ ਸਾਹਿਬ ਦੇ ਦਰਸ਼ਨਾਂ ਦਾ, ਜਿਸ ਨੂੰ ਮਹਾਰਾਜ ਨੇ ਬਾਣੀ 'ਚ ਬਚਨ ਕੀਤੇ ਹਨ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਇੰਨੀ ਪ੍ਰਸੰਨਤਾ ਹੈ ਕਿ ਸ਼ੁਕਰਾਨੇ ਵਜੋਂ ਆਨੰਦ ਵਿੱਚ ਝੂਮ ਕੇ ਸੰਗਤਾਂ ਬਚਨ ਪੜ੍ਹਦੀਆਂ ਹਨ। ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ, ਸੋਹੇ ਬੰਕ ਦੁਆਰ ਸਗਲਾ ਬਨ ਹਰਾ। ਸੋ ਇਸ ਤਰ੍ਹਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਸਰਬੱਤ ਸੰਗਤਾਂ ਨਾਲ ਬਚਨ ਬਿਲਾਸ ਕੀਤੇ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਨੂੰ ਬੜੇ ਪ੍ਰੇਮ ਆਨੰਦ ਨਾਲ ਮਿਲੇ। ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾ ਕੇ ਪਰਿਕਰਮਾ ਕੀਤੀਆਂ, ਦਰਸ਼ਨ ਕੀਤੇ, ਨਮਸਕਾਰ ਕੀਤੀ। ਫਿਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਤਿਗੁਰੂ ਮਹਾਰਾਜ ਪਹੁੰਚੇ। ਸਰਬੱਤ ਸੰਗਤਾਂ ਨੂੰ ਦੀਵਾਨ ਸਜਾ ਕੇ ਦਰਸ਼ਨ ਬਖਸ਼ੇ ਹਨ। ਸੋ ਉਸ ਤੋਂ ਬਾਅਦ ਮਹਾਰਾਜ ਜੀ ਨੇ ਆਪਣੇ ਮਹਿਲਾਂ ਦੇ ਵਿੱਚ ਜਾ ਕੇ ਵਿਸ਼ਰਾਮ ਕੀਤਾ ਹੈ। ਸੋ ਇਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕੀਤਾ ਸੀ। ਜਿਵੇਂ ਹੁਣ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਰਹਿ ਕੇ ਸਿੱਖ ਸੇਵਕਾਂ ਨੂੰ, ਸੰਗਤਾਂ ਨੂੰ ਕਿਰਤਾਰਥ ਕਰਦੇ, ਬਖਸ਼ਿਸ਼ਾਂ ਕਰਕੇ ਨਿਹਾਲ ਕਰਦੇ ਹਨ। ਸੋ ਪ੍ਰਸੰਗ ਆਓ ਇਸੇ ਤਰ੍ਹਾਂ ਬੜੇ ਪ੍ਰੇਮ ਨਾਲ ਸਰਵਣ ਕਰੀਏ, ਪਿਆਰ ਦੇ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਗੁਰੂ ਇਕੰਤ ਹੋਏ ਜਬ ਹੈ, ਕੌਲਾਂ ਦਰਸ਼ਨ ਪਿਆਸ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਏ
ਤੇ ਜਿੱਥੇ ਹੋਰ ਬਹੁਤ ਸਾਰੀਆਂ ਸੰਗਤਾਂ ਸਤਿਗੁਰੂ ਮਹਾਰਾਜ ਦੇ ਦਰਸ਼ਨਾਂ ਦੀਆਂ ਪਿਆਸੀਆਂ, ਗੁਰੂ ਚਰਨਾਂ ਦੇ ਪ੍ਰੇਮੀ ਸਨ, ਉੱਥੇ ਬੀਬੀ ਕੌਲਾਂ ਜੀ, ਜਿਹੜਾ ਲਾਹੌਰ ਦਾ ਇੱਕ ਕਾਜੀ ਸੀ ਰੁਸਤਮ ਖਾਨ, ਉਹਦੀ ਇਹ ਸੁਪੁੱਤਰੀ ਸੀ। ਪਰ ਸਾਈਂ ਮੀਆਂ ਮੀਰ ਜੀ ਦੇ ਨਾਲ ਇਹਦਾ ਮੇਲ ਮਿਲਾਪ ਬਹੁਤ ਭਾਉ ਭਗਤੀ ਵਾਲਾ ਇਹਦਾ ਹਿਰਦਾ ਸੀ। ਤੇ ਸਾਈਂ ਮੀਆਂ ਮੀਰ ਜੀ ਦੇ ਰਾਹੀਂ ਇਹਨੇ ਜਦੋਂ ਗੁਰੂ ਕੀ ਬਾਣੀ ਸੁਣੀ, ਗੁਰੂ ਸਾਹਿਬ ਜੀ ਦੀ ਵਡਿਆਈ ਉਸਤਤ ਸੁਣੀ, ਤੇ ਇਹਦੀ ਗੁਰੂ ਚਰਨਾਂ ਵਿੱਚ ਲਿਵ ਲੱਗ ਗਈ। ਰਾਤ ਦਿਨ ਗੁਰਬਾਣੀ ਦਾ ਜਪ ਕਰਦੀ, ਸਿਮਰਨ ਕਰਦੀ। ਇਸ ਕਰਕੇ ਕਾਜੀ ਨੇ ਇਹਦੇ 'ਤੇ ਬਹੁਤ ਤਸ਼ੱਦਦ ਕਰਨਾ ਵੀ ਸ਼ੁਰੂ ਕੀਤਾ। ਤਾਂ ਇਸ ਨੇ ਫਿਰ ਸਾਈਂ ਮੀਆਂ ਮੀਰ ਜੀ ਨੂੰ ਬੇਨਤੀ ਕੀਤੀ, ਤੇ ਸਾਈਂ ਮੀਆਂ ਮੀਰ ਜੀ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਤੇ ਸਾਈਂ ਮੀਆਂ ਮੀਰ ਜੀ ਦੇ ਰਾਹੀਂ ਇਹ ਬੀਬੀ ਕੌਲਾਂ ਫਿਰ ਕਾਜੀ ਦਾ ਘਰ ਛੱਡ ਕੇ ਗੁਰੂ ਕੀ ਸ਼ਰਨ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਗਈ। ਤੋ ਸਤਿਗੁਰੂ ਮਹਾਰਾਜ ਜੀ ਨੇ ਇਸ ਬੀਬੀ ਕੌਲਾਂ ਦਾ ਪ੍ਰੇਮ ਵੇਖ ਕੇ ਇਸ ਨੂੰ ਨਵਾਜਿਆ। ਰਹਿਣ ਵਾਸਤੇ ਇੱਥੇ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਘਰ ਵੀ ਬਣਾ ਕੇ ਦਿੱਤਾ। ਇਹ ਬੀਬੀ ਕੌਲਾਂ ਹਰ ਵੇਲੇ ਭਾਉ ਭਗਤੀ ਵਿੱਚ, ਸੇਵਾ ਸਿਮਰਨ ਵਿੱਚ ਲੀਨ ਰਹਿੰਦੀ। ਜਦੋਂ ਮਹਾਰਾਜ ਇੱਥੋਂ ਚੱਲੇ ਸਨ ਸ੍ਰੀ ਨਾਨਕ ਮਤਾ ਸਾਹਿਬ, ਉਦੋਂ ਵੀ ਬੀਬੀ ਕੌਲਾਂ ਨੇ ਬੇਨਤੀ ਕੀਤੀ, ਮਹਾਰਾਜ ਮੇਰਾ ਪ੍ਰਣ ਹੈ, ਅੰਮ੍ਰਿਤ ਵੇਲੇ ਮੈਂ ਇਸ਼ਨਾਨ ਕਰਕੇ, ਸਿਮਰਨ ਕਰਕੇ, ਆਪ ਜੀ ਦੇ ਦਰਸ਼ਨ ਦਿਦਾਰੇ ਕਰਕੇ ਫਿਰ ਹੀ ਭੋਜਨ ਪ੍ਰਸ਼ਾਦਾ ਛਕਦੀ ਹਾਂ। ਅਤੇ ਜੇ ਆਪ ਜੀ ਚਲੇ ਗਏ ਤੇ ਆਪ ਦੇ ਦਰਸ਼ਨਾਂ ਤੋਂ ਬਿਨਾਂ ਮੈਂ ਕਿਵੇਂ ਪ੍ਰਸ਼ਾਦਾ ਪਾਣੀ ਛਕ ਸਕਦੀ ਹਾਂ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਮਈ ਬਚਨ ਉਚਾਰਨ ਕੀਤੇ, ਬਖਸ਼ਿਸ਼ ਕੀਤੀ ਕਿ ਤੁਸੀਂ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਕੇ ਸਿਮਰਨ ਕਰੋਗੇ, ਨਾਮ ਜਪੋਗੇ, ਤੇ ਤੁਹਾਨੂੰ ਅਸੀਂ ਦਰਸ਼ਨ ਬਖਸ਼ਾਂਗੇ। ਇਸ ਤਰ੍ਹਾਂ ਫਿਰ ਤੁਸੀਂ ਪ੍ਰਸ਼ਾਦਾ ਪਾਣੀ ਛਕਣਾ। ਤੋ ਸਤਿਗੁਰੂ ਮਹਾਰਾਜ ਧੀਰਜ ਦੇ ਕੇ ਬਚਨ ਕਰਕੇ ਸੋ ਉਦੋਂ ਗਏ ਸਨ। ਸੋ ਇਸ ਬੀਬੀ ਕੌਲਾਂ ਨੂੰ ਵੀ ਭਾਵੇਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਿਤ ਰੋਜ਼ ਸੋ ਗੁਰੂ ਸਾਹਿਬ ਨੇ ਜੋ ਬਚਨ ਕੀਤੇ ਸਨ ਉਹਨਾਂ ਅਨੁਸਾਰ ਦਰਸ਼ਨ ਹੁੰਦੇ ਸਨ। ਪਰ ਪ੍ਰਤੱਖ ਰੂਪ ਦੇ ਵਿੱਚ ਮਹਾਰਾਜ ਦੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਇਹਦੇ ਮਨ 'ਚ ਪਿਆਸ ਸੀ ਕਿ ਕਦੋਂ ਸਤਿਗੁਰੂ ਮਹਾਰਾਜ ਆਉਣ ਅਤੇ ਮੈਂ ਸਤਿਗੁਰਾਂ ਦੇ ਦਰਸ਼ਨ ਕਰਾਂ। ਸੋ ਇਸ ਤਰ੍ਹਾਂ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜੇ ਹੋਏ ਹਨ, ਤਾਂ ਉਸ ਇਹ ਬੀਬੀ ਕੌਲਾਂ ਜਿਹਦੇ ਮਨ ਵਿੱਚ ਮਹਾਰਾਜ ਦੇ ਦਰਸ਼ਨਾਂ ਦੀ ਬਹੁਤ ਪਿਆਸ ਸੀ। ਆਈ ਅਦਮੋਦਤ ਹਿਰਦੈ ਪਰਵਿਸ਼ਿਤਾਸ ਆਵਾਸ। ਜਦੋਂ ਇਸ ਨੇ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ, ਆਪਣੇ ਮਹਿਲਾਂ 'ਚ ਨਿਵਾਸ ਕਰ ਰਹੇ ਨੇ, ਇਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਬਹੁਤ ਆਨੰਦ ਹੋ ਕੇ, ਪ੍ਰਸੰਨ ਹੋ ਕੇ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਈ ਹੈ। ਚੌਪਈ ਜਨ ਸੁਨ ਕਾਨ ਪ੍ਰਿਯ ਬਾਤ ਚਕੋਰੀ। ਕਹਿੰਦੇ ਗੁਰੂ ਸਾਹਿਬ ਜੀ ਦੇ ਅੰਮ੍ਰਿਤਸਰ ਆਉਣ ਦੀ ਜਦੋਂ ਇਹਨੇ ਖਬਰ ਸੁਣੀ ਹੈ, ਤੇ ਇਹਦੇ ਮਨ ਵਿੱਚ ਇਸ ਤਰ੍ਹਾਂ ਚਾਅ ਪੈਦਾ ਹੋਇਆ ਜਿਵੇਂ ਚਕੋਰੀ ਨੂੰ ਚੰਦਰਮਾ ਵੇਖ ਕੇ ਉਹਦੇ ਮਨ ਵਿੱਚ ਚਾਅ ਚੜ੍ਹਦਾ ਹੈ। ਔਰੀ ਨਿਕਟ ਚੰਦ ਕੀ ਔਰੀ। ਤੇ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਵਾਸਤੇ ਦੌੜੀ ਆਈ ਹੈ। ਮਨੋ ਪ੍ਰੇਮਿਤ ਹੈ ਕਰ ਬੌਰੀ। ਮੰਨ ਲਓ ਪ੍ਰੇਮ ਦੇ ਵਿੱਚ ਇਹ ਪੂਰੀ ਤਰ੍ਹਾਂ ਬੌਰੀ ਹੋ ਚੁੱਕੀ ਹੈ। ਕਮਲ ਖਿਰੇ ਪਰ ਆਵਤ ਭੌਰੀ। ਤੇ ਇਸ ਤਰ੍ਹਾਂ ਸਾਧ ਸੰਗਤ ਜਿਵੇਂ ਕੋਈ ਭੌਰੀ ਕਹਿੰਦੇ ਖਿੜੇ ਹੋਏ ਕੌਲ ਫੁੱਲ ਦੇ ਉੱਤੇ ਆਉਂਦੀ ਹੈ, ਇਵੇਂ ਸਿੱਖਾਂ ਸੇਵਕਾਂ ਦਾ ਪ੍ਰੇਮ ਜਿਹੜਾ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਹੁੰਦਾ ਹੈ, ਇਸੇ ਤਰ੍ਹਾਂ ਦਾ ਹੀ ਪ੍ਰੇਮ ਬੀਬੀ ਕੌਲਾਂ ਦੇ ਮਨ ਵਿੱਚ ਹੈ। ਸੁੰਦਰ ਮੰਦਰ ਅੰਦਰ ਧਰਿਆ। ਸੋ ਇਸ ਤਰ੍ਹਾਂ ਬੀਬੀ ਕੌਲਾਂ ਜੀ ਜੋ ਸਨ ਉਹ ਗੁਰੂ ਸਾਹਿਬ ਜੀ ਦੇ ਜਿਹੜੇ ਮਹਿਲ ਨੇ, ਸੁੰਦਰ ਘਰ ਹਨ, ਉੱਥੇ ਪਹੁੰਚੀ ਹੈ। ਹਰ ਦਰਸ਼ਨ ਚਰਨਨ ਪਰ ਪਰਿਆ। ਤੇ ਗੁਰਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸੀਸ ਰੱਖਿਆ। ਮਨੋ ਰੰਗ ਕੋ ਪ੍ਰਾਪਤ ਰਾਜੂ। ਤੇ ਦਰਸ਼ਨ ਕਰਕੇ ਇੰਨਾ ਆਨੰਦ ਪ੍ਰਾਪਤ ਹੋਇਆ ਕਿ ਮੰਨ ਲਓ ਜਿਵੇਂ ਕੋਈ ਜਨਮਾਂ ਦਾ ਰੰਗ ਹੋਵੇ, ਕਿਸੇ ਗਰੀਬ ਨੂੰ ਬਹੁਤ ਵੱਡਾ ਚੱਕਰਵਰਤੀ ਰਾਜ ਪ੍ਰਾਪਤ ਹੋ ਗਿਆ ਹੋਵੇ, ਇੰਨਾ ਆਨੰਦ ਇਸ ਨੂੰ ਪ੍ਰਾਪਤ ਹੋਇਆ ਹੈ। ਮਨ ਮਹਿ ਗਿਣਤ ਧਨ ਦਿਨ ਆਜੂ। ਤੇ ਇਸ ਤਰ੍ਹਾਂ ਮਨ ਦੇ ਵਿੱਚ ਸੋ ਇਹ ਵਿਚਾਰਾਂ ਕਰ ਰਹੀ ਹੈ ਵੀ ਅੱਜ ਦਾ ਦਿਨ ਕਿੰਨਾ ਭਾਗ ਹੈ, ਕਿੰਨਾ ਭਾਗਾਂ ਭਰਿਆ ਹੈ, ਕਿੰਨਾ ਬਖਸ਼ਿਸ਼ਾਂ ਭਰਪੂਰ ਹੈ ਜੋ ਮੈਨੂੰ ਅੱਜ ਗੁਰੂ ਸਾਹਿਬ ਦੇ ਦਰਸ਼ਨ ਹੋਏ ਨੇ। ਕਿਉਂਕਿ ਮਹਾਰਾਜ ਕਹਿੰਦੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪਈ, ਕਿ ਉਹ ਦਿਨ ਭਾਗਾਂ ਵਾਲੇ ਹੁੰਦੇ ਨੇ ਜਦੋਂ ਆਪਾਂ ਗੁਰੂ ਦੇ ਦਰਸ਼ਨ ਕਰਦੇ ਹਾਂ, ਗੁਰੂ ਦੀ ਗੋਦ ਵਿੱਚ ਬੈਠਦੇ ਹਾਂ, ਜਿੱਥੇ ਸਾਰੇ ਦਿਨ ਵਾਰ ਸਤਿਗੁਰੂ ਜੀ ਨੇ
ਇੱਕ ਸਮਾਨ ਸਾਨੂੰ ਦੱਸ ਕੇ ਥਿੱਤਾਂ ਵਾਰਾਂ ਦੀ ਵਿਚਾਰਾਂ ਤੋਂ ਮੁਕਤ ਕੀਤਾ। ਉੱਥੇ ਮਹਾਰਾਜ ਕਹਿੰਦੇ ਉਹ ਵੇਲਾ, ਉਹ ਘੜੀ, ਉਹ ਧਨ ਬਹੁਤ ਹੀ ਸੁਭਾਗ ਭਰਿਆ ਹੋ ਜਾਂਦਾ ਜਦੋਂ ਆਪਾਂ ਸਤਿਗੁਰੂ ਦੇ ਦਰਸ਼ਨ ਕਰਦੇ ਹਾਂ, ਸਤਿਗੁਰੂ ਦੇ ਬਚਨ ਸੁਣਦੇ ਹਾਂ, ਸਤਿਗੁਰੂ ਦਾ ਜਸ ਸੁਣਦੇ ਹਾਂ ਅਤੇ ਸਤਿਗੁਰੂ ਮਹਾਰਾਜ ਦੀ ਗੋਦ ਵਿੱਚ ਬੈਠਦੇ ਹਾਂ। ਸਤਿਗੁਰੂ ਅੰਮ੍ਰਿਤ ਬਾਣੀ ਵਿੱਚ ਕਿਰਪਾ ਕਰਦੇ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨਸ ਸੰਜੋਗੜਾ, ਜਿਤ ਡਿੱਠਾ ਗੁਰ ਦਰਸਾਰ। ਤੋ ਬੀਬੀ ਕੌਲਾਂ ਕਹਿੰਦੀ ਕਿ ਅੱਜ ਦਾ ਦਿਨ ਬੜਾ ਭਾਗਾਂ ਵਾਲਾ ਜੋ ਮੈਨੂੰ ਸਤਿਗੁਰੂ ਜੀ ਦੇ ਦਰਸ਼ਨ ਹੋਏ ਹਨ। ਕਮਲ ਬਿਲੋਚਨ ਤੇ ਜਲ ਡਾਰੈ, ਨੇਤਰਾਂ ਦੇ ਵਿੱਚੋਂ ਪ੍ਰੇਮ ਦਾ ਜਲ ਵਹਿ ਰਿਹਾ ਹੈ। ਜਨ ਆਨੰਦ ਤੇ ਚਰਨ ਪਖਾਰੈ, ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਦੇ ਚਰਨ ਇਹਨੇ ਮੰਨ ਲਓ ਜਲ ਨੇਤਰਾਂ ਦੇ ਜਲ ਨਾਲ ਧੋ ਦਿੱਤੇ। ਹਾਥ ਜੋੜ ਸਨਮੁਖ ਗੁਰ ਬੈਸੀ, ਫਿਰ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਦੇ ਸਨਮੁਖ ਬੈਠ ਗਈ ਹੈ। ਮੂਰਤ ਪਿਖੀ ਦਿਵਾਕਰ ਜੈਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਸ ਨੇ ਸੁੰਦਰ ਸਰੂਪ ਦੇ, ਸੂਰਜ ਸਰੂਪ ਦੇ ਦਰਸ਼ਨ ਕੀਤੇ ਹਨ। ਕਮਲ ਬਿਲੋਚਨ ਵਿਕਸਤ ਜਾਤ, ਸੋ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਇਹਦੇ ਕਮਲ ਨੈਣ ਜਿਹੜੇ ਖਿੜਦੇ ਜਾਂਦੇ ਨੇ। ਜਿਵੇਂ ਸੂਰਜ ਚੜ੍ਹਦਾ ਹੈ ਨਾ ਤੇ ਕੌਲ ਦਾ ਫੁੱਲ ਖਿੜ ਜਾਂਦਾ ਹੈ, ਇੱਦਾਂ ਜਦੋਂ ਸੇਵਕ ਗੁਰੂ ਦੇ ਦਰਸ਼ਨ ਕਰਦੇ ਨੇ ਉਹਨਾਂ ਦਾ ਹਿਰਦਾ ਕੌਲ ਵੀ ਖਿੜਦਾ ਹੈ, ਨੇਤਰ ਵੀ ਖਿੜਦੇ ਹਨ। ਇੱਕ ਟਕ ਦੇਖ ਰਹੀ ਗੁਰਗਾਤ, ਤੇ ਇੱਕ ਟਕ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀ ਹੈ। ਪੂਰਬ ਤਪ ਕੋ ਫਲ ਸ਼ੁਭ ਪਾਇਓ, ਸੋ ਕਹਿੰਦੇ ਪੂਰਬਲੇ ਜਿਹੜਾ ਤਪ ਭਗਤੀ ਹੈ ਉਹਦਾ ਇਹ ਸ਼ੁਭ ਫਲ ਇਸ ਨੂੰ ਪ੍ਰਾਪਤ ਹੋਇਆ ਹੈ। ਪਦ ਪਰ ਮੋਦ ਚਿਤ ਕਹਿਓ ਨਾ ਜਾਇਓ, ਤੇ ਇੰਨਾ ਆਨੰਦ ਹਿਰਦੇ ਦੇ ਵਿੱਚ ਹੈ ਕਿ ਹੁਣ ਮੁਖ ਤੋਂ ਕੁਝ ਬੋਲਿਆ ਵੀ ਨਹੀਂ ਜਾ ਰਿਹਾ, ਕੰਠ ਗਲਾ ਰੁਕ ਗਿਆ ਹੈ। ਪ੍ਰੇਮਾ ਤੁਰ ਚਿਤ ਸਤਿਗੁਰ ਦੇਖੀ, ਸੋ ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਵੀ ਹਿਰਦੇ ਦੇ ਵਿੱਚ ਅਥਾਹ ਪ੍ਰੇਮ ਹੈ, ਅਥਾਹ ਸ਼ਰਧਾ ਹੈ, ਅਥਾਹ ਭਾਵਨਾ ਹੈ। ਉਹ ਅਵਸਥਾ ਹੈ ਪ੍ਰੇਮ ਦੀ ਜਿਸ ਪ੍ਰੇਮ ਨੂੰ ਕਥਨ ਹੀ ਨਹੀਂ ਕੀਤਾ ਜਾ ਸਕਦਾ, ਜਿਸ ਬਾਰੇ ਮਹਾਰਾਜ ਕਹਿੰਦੇ ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤਿਆਗ ਕਿਆ ਕਹੀ ਹੈ। ਸੋ ਐਸਾ ਪ੍ਰੇਮ ਇਸ ਦੇ ਹਿਰਦੇ ਵਿੱਚ ਬਣਿਆ ਹੋਇਆ ਹੈ। ਕੌਲਾ ਤਨ ਕੁਸ਼ਲ ਵਿਸ਼ੇਖੀ, ਸੋ ਸਤਿਗੁਰੂ ਮਹਾਰਾਜ ਜੀ ਨੇ ਵੇਖ ਕੇ ਬਚਨ ਕੀਤੇ ਵੀ ਦੱਸੋ ਕੌਲਾਂ ਜੀ ਤੁਸੀਂ ਠੀਕ ਠਾਕ ਹੋ, ਸਭ ਸੁੱਖ ਸ਼ਾਂਤ ਹੈ, ਸਰਬ ਰੀਤ ਤੇ ਸੁਖ ਸੋ ਰਹੀ, ਤੁਸੀਂ ਸਾਰੇ ਤਰੀਕਿਆਂ ਨਾਲ ਸੁੱਖ ਦੇ ਸਹਿਤ ਰਹੇ ਹੋ। ਸੁਨ ਅੰਮ੍ਰਿਤ ਬਾਕ ਆਪ ਪੁਨ ਕਹੀ, ਤੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਸੁਣ ਕੇ ਬੀਬੀ ਕੌਲਾਂ ਨੇ ਬੇਨਤੀ ਕੀਤੀ, ਕਿਰਪਾ ਆਪ ਕੀ ਮੋਹ ਪਰ ਜਪ ਕੀ, ਕਹਿਣ ਲੱਗੀ ਸੱਚੇ ਪਾਤਸ਼ਾਹ ਜਦੋਂ ਦੀ ਆਪ ਦੀ ਕਿਰਪਾ ਮੇਰੇ ਤੇ ਹੋਈ ਹੈ, ਪਦਵੀ ਕੁਸ਼ਲ ਲਹੀ ਮੈਂ ਤਬ ਕੀ, ਉਦੋਂ ਤੋਂ ਮੈਨੂੰ ਆਨੰਦਮਈ ਪਦਵੀ, ਆਨੰਦਮਈ ਅਵਸਥਾ ਜਿਹੜੀ ਪ੍ਰਾਪਤ ਹੋ ਗਈ ਹੈ। ਰਾਵਰ ਦਰਸ਼ਨ ਇੱਛਾ ਬਿਨਾ, ਆਪ ਜੀ ਦੇ ਦਰਸ਼ਨਾਂ ਦੀ ਇੱਛਾ ਤੋਂ ਬਿਨਾ ਹਿਰਦੈ ਮਨੋਰਥ ਉਠੈ ਨ ਅਨਾ, ਹੁਣ ਮਨ ਦੇ ਵਿੱਚ ਕੋਈ ਹੋਰ ਜਿਹੜਾ ਮਨੋਰਥ ਉੱਠਦਾ ਹੀ ਨਹੀਂ ਹੈ, ਕੋਈ ਫੁਰਨਾ ਉੱਠਦਾ ਹੀ ਨਹੀਂ ਹੈ, ਕੇਵਲ ਆਪ ਦੇ ਦਰਸ਼ਨਾਂ ਦੀ ਇੱਛਾ ਹੀ ਰਹਿੰਦੀ ਹੈ। ਤੇ ਬੜੇ ਭਾਗਾਂ ਵਾਲੇ ਬਹੁਤ ਧਨ ਨੇ ਉਹਨਾਂ ਨੂੰ ਬਾਣੀ ਨੇ ਕਿਹਾ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਇੱਛਾ ਪੈਦਾ ਹੋ ਜਾਂਦੀ ਹੈ, ਗੁਰੂ ਦੇ ਦਿਦਾਰਿਆਂ ਦੀ ਇੱਛਾ ਕੇਵਲ ਰਹਿ ਜਾਂਦੀ ਹੈ। ਮਹਾਰਾਜ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਬਲਿਹਾਰ ਜਾਣੇ ਆ ਉਹਨਾਂ ਤੋਂ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ, ਵਾਹਿਗੁਰੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ। ਇਹ ਵਾਹਿਗੁਰੂ ਦੇ ਦਰਸ਼ਨਾਂ ਦੀ ਤਾਂਘ ਬਹੁਤ ਹੀ ਉੱਤਮ ਹੈ। ਸਾਧ ਸੰਗਤ ਬੜੇ ਭਾਗਾਂ ਨਾਲ ਵਾਹਿਗੁਰੂ ਦੀ ਪ੍ਰੀਤ ਹਿਰਦੇ ਦੇ ਵਿੱਚ ਪੈਦਾ ਹੁੰਦੀ ਹੈ ਤੇ ਜਿਹਦੇ ਹਿਰਦੇ 'ਚ ਵਾਹਿਗੁਰੂ ਨੂੰ ਮਿਲਣ ਦੀ ਪ੍ਰੀਤ ਇੱਛਾ ਜਾਗ ਜਾਂਦੀ ਹੈ, ਇਹ ਪ੍ਰੀਤ ਉਹਦੇ ਅੰਦਰ ਦੀ ਸਭ ਮੈਲ, ਸਭ ਵਕਾਰ, ਸਭ ਦੁੱਖਾਂ ਪਾਪਾਂ ਦਾ ਨਾਸ ਕਰ ਦਿੰਦੀ ਹੈ। ਖਾਵੈ ਦੁਖ ਭੂਖ ਸਾਚੇ ਕੀ, ਸਾਚੇ ਹੀ ਤ੍ਰਿਪਤਾਸ ਰਹੈ। ਸੱਚੇ ਪਰਮਾਤਮਾ ਨੂੰ ਮਿਲਣ ਦੀ ਜਿਹੜੀ ਭੁੱਖ ਪਿਆਸ ਹੈ ਨਾ, ਇਹ ਸਭ ਦੁੱਖਾਂ ਦਾ ਨਾਸ ਕਰ ਦਿੰਦੀ ਹੈ। ਤੋ ਇਸ ਤਰ੍ਹਾਂ ਕਹਿੰਦੇ ਹਿਰਦੇ ਮਨੋਰਥ ਉੱਠੇ ਨਾ ਆਨਾ। ਕਹਿੰਦੀ ਮਹਾਰਾਜ ਹੁਣ ਤੁਹਾਡੇ ਦਰਸ਼ਨਾਂ ਤੋਂ ਬਿਨਾ ਕੋਈ ਕਿਸੇ ਦੁਨਿਆਵੀ ਪਦਾਰਥ ਦੀ
ਇੱਛਾ ਦਾ ਮੇਰੇ ਮਨ ਵਿੱਚ ਰੰਚਕ ਮਾਤਰ ਵੀ ਮਨੋਰਥ ਨਹੀਂ ਉੱਠਦਾ ਹੈ। ਰਹੀ ਉਡੀਕਤ ਨਾਮ ਆਧਾਰਾ। ਇੱਕ ਮੈਂ ਆਪ ਜੀ ਦੇ ਨਾਮ ਦੇ ਆਸਰੇ ਤੇ ਆਪ ਦੀ ਉਡੀਕ ਕਰਦੀ ਰਹੀ, ਰੁਚ ਸੋ ਅਚਿਓ ਨ ਕਬਹੂ ਆਹਾਰਾ। ਤੇ ਕਦੀ ਵੀ ਰੁਚੀ ਦੇ ਨਾਲ ਭੋਜਨ ਪ੍ਰਸ਼ਾਦਾ ਵੀ ਨਹੀਂ ਛਕਿਆ। ਤੀਰਥ ਆਨ ਅਚਾਨਕ ਮੋਹੀ। ਐਸੀ ਜੇ ਬਿਰਹਾਂ ਦੀ ਅਵਸਥਾ ਤੁਸੀਂ ਕਿਤੇ ਆਣ ਕੇ ਮੇਰੀ ਦੇਖਦੇ ਤਬ ਜਾਣਤ ਮੈਂ ਜਿਸ ਬਿਦ ਹੋਹੀ। ਤੇ ਫਿਰ ਆਪ ਜੀ ਵੇਖਦੇ ਮੇਰੀ ਜੋ ਹਾਲਤ ਸੀ। ਰਾਵਰ ਕੋ ਸੁਣ ਕਰ ਆਗਵਨੂ। ਤੇ ਸੱਚੇ ਪਾਤਸ਼ਾਹ ਜੀ ਦਾ ਆਪ ਜੀ ਦਾ ਜਦੋਂ ਮੈਂ ਆਗਮਨ ਸੁਣਿਆ, ਆਪ ਜੀ ਦਾ ਆਉਣਾ ਸੁਣਿਆ, ਤਤ ਛਿਨ ਤਨ ਹੋਏ ਓ ਮੁਦ ਭਵਨੂ। ਤੇ ਉਸੇ ਵੇਲੇ ਮੇਰੇ ਹਿਰਦੇ ਵਿੱਚ ਅਥਾਹ ਪ੍ਰੇਮ ਆਨੰਦ ਦਾ ਪ੍ਰਵਾਹ ਵਹਿ ਤੁਰਿਆ। ਦਰਸ਼ਨ ਦਰਸਿਓ ਜਬ ਦੁਖ ਗਵਨੂ। ਤੇ ਜਦੋਂ ਮੈਂ ਆਪ ਜੀ ਦੇ ਦਰਸ਼ਨ ਕੀਤੇ ਹਨ, ਅਬ ਦੁਖ ਦਵਨੂ, ਆਪ ਦੁੱਖਾਂ ਦਾ ਨਾਸ ਕਰਨ ਵਾਲੇ ਹੋ, ਜਦੋਂ ਆਪ ਜੀ ਦੇ ਦਰਸ਼ਨ ਕੀਤੇ ਹਨ, ਸਦਾ ਹਿਰਦੇ ਮਹਿ ਬਸੈ ਜਵਨੂ। ਤੇ ਆਪ ਜੀ ਸਦਾ ਹੀ ਮੇਰੇ ਹਿਰਦੇ ਦੇ ਵਿੱਚ ਵਸਦੇ ਹੋ। ਸੁਨ ਗੁਰ ਕਹਿਓ ਕਰਿਓ ਹਿਤ ਤੋਰਾ। ਇਹ ਸੁਣ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਅਸੀਂ ਤੁਹਾਡਾ ਹਿੱਤ, ਤੁਹਾਡਾ ਭਲਾ ਚਾਹੁੰਦੇ ਹਾਂ। ਦਰਸ਼ਨ ਕਰਤ ਰਹੀ ਨਿਤ ਮੋਰਾ। ਤੇ ਤੁਹਾਨੂੰ ਬਚਨ ਕੀਤੇ ਸਨ ਕਿ ਤੁਹਾਨੂੰ ਸਾਡੇ ਰੋਜ਼ ਦਰਸ਼ਨ ਹੁੰਦੇ ਰਹਿਣਗੇ। ਤੋ ਕਿਮ ਬਿਰਹੋ ਸੰਕਟ ਅਸ ਧਾਰਾ। ਤੇ ਫੇਰ ਤੁਸੀਂ ਇੰਨਾ ਬਿਰਹੋਂ ਵਿਛੋੜੇ ਦਾ ਸੰਕਟ ਕਿਵੇਂ ਧਾਰਨ ਕੀਤਾ ਹੈ? ਤੁਹਾਨੂੰ ਜਾਣ ਲੱਗਿਆਂ ਬਚਨ ਕੀਤੇ ਸੀ ਕਿ ਤੁਸੀਂ ਜਦੋਂ ਇਸ਼ਨਾਨ ਪਾਣ ਕਰੋਗੇ, ਭਜਨ ਬੰਦਗੀ ਕਰੋਗੇ, ਤੁਹਾਨੂੰ ਅੰਮ੍ਰਿਤ ਵੇਲੇ ਦਰਸ਼ਨ ਹੋਣਗੇ ਰੋਜ਼। ਫਿਰ ਤੁਸੀਂ ਇੰਨਾ ਸੰਕਟ ਕਿਵੇਂ ਧਾਰਿਆ ਹੈ? ਪ੍ਰਥਮ ਦੇਖ ਜੇ ਕਰਤ ਆਹਾਰਾ। ਇਸ ਤਰ੍ਹਾਂ ਤੁਸੀਂ ਪਹਿਲਾਂ ਦਰਸ਼ਨ ਕਰਕੇ ਫਿਰ ਜੇ ਭੋਜਨ ਛਕਦੇ ਰਹੇ। ਕਹਿਤ ਭਈ ਨਿਸ਼ਚੈ ਇਹ ਆਇਓ। ਤੋ ਇਸ ਤਰ੍ਹਾਂ ਉਹ ਕਹਿਣ ਲੱਗੀ, ਸੱਚੇ ਪਾਤਸ਼ਾਹ ਬਿਲਕੁਲ ਆਪ ਜੀ ਦੀ ਕਿਰਪਾ ਯਕੀਨਨ ਇਸੇ ਤਰ੍ਹਾਂ ਹੀ ਹੁੰਦਾ ਆਇਆ ਹੈ। ਨਿਤ ਦਰਸ਼ਨ ਕੋ ਮੈਂ ਇਮ ਲਹਿਓ। ਤੇ ਨਿਤ ਪ੍ਰਤੀ ਸਤਿਗੁਰੂ ਜੀ ਮੈਂ ਆਪ ਜੀ ਦੇ ਦਰਸ਼ਨ ਕਰਦੀ ਰਹੀ ਹਾਂ। ਕਰ ਇਸ਼ਨਾਨ ਜਪ ਸਿਮਰਨ ਕਰਿਓ। ਜਦੋਂ ਸਵੇਰੇ ਮੈਂ ਇਸ਼ਨਾਨ ਪਾਣ ਕਰਕੇ ਫਿਰ ਸਿਮਰਨ ਵਿੱਚ ਬੈਠਦੀ, ਸਿਮਰਨ ਕਰਦੀ, ਛਿਨਕ ਮਾਤ ਨਿਤ ਦਰਸ਼ਨ ਹਰਿਓ। ਤੇ ਇਸ ਤਰ੍ਹਾਂ ਛਿਣਕ ਮਾਤਰ ਮੈਨੂੰ ਆਪ ਜੀ ਦੇ ਦਰਸ਼ਨਾਂ ਦੀ ਝਲਕ ਪੈਂਦੀ, ਆਪ ਦੇ ਦਰਸ਼ਨਾਂ ਦਾ ਝਲਕਾਰਾ ਪੈਂਦਾ। ਜਿਸ ਬਿਦ ਹੋਤੇ ਤੁਮ ਤਿਸ ਕਾਲ। ਤੇ ਉਸ ਸਮੇਂ ਤੁਸੀਂ ਜਿਸ ਵੀ ਅਵਸਥਾ ਦੇ ਵਿੱਚ ਹੁੰਦੇ, ਬੈਠੇ ਕਹਿ ਹੈ ਚੜੇ ਵਿਸਾਲ। ਤੁਸੀਂ ਘੋੜੇ ਤੇ ਸਵਾਰ ਹੁੰਦੇ, ਜਾਂ ਕਿਤੇ ਚੌਂਕੜਾ ਮਾਰ ਕੇ ਬੈਠੇ ਹੁੰਦੇ, ਜਾਂ ਸਿੰਘਾਸਣ ਤੇ ਬੈਠੇ ਹੁੰਦੇ, ਜਸ ਕੋਸ਼ਿਸ਼ ਅਸ ਹੋਤ ਸੁਭਾਉ। ਤੇ ਆਪ ਦੇ ਦਰਸ਼ਨਾਂ ਦੀ ਝਲਕ ਮੈਨੂੰ ਪ੍ਰਾਪਤ ਹੋ ਜਾਂਦੀ। ਇਸੇ ਪ੍ਰਕਾਰ ਦਰਸ ਕੋ ਪਾਉ। ਉਸੇ ਤਰ੍ਹਾਂ ਮੈਂ ਆਪ ਜੀ ਦੇ ਦਰਸ਼ਨ ਕਰ ਲੈਂਦੀ ਸੀ। ਕਹਿਨ ਪਰਸਪਰ ਹੋਏ ਨ ਕੋਈ। ਸੋ ਪਰ ਆਪਸ ਵਿੱਚ ਕੋਈ ਵਿਚਾਰ ਕਹਿੰਦੇ ਨਹੀਂ ਸੀ ਹੋਈ। ਜੀਅਤ ਰਹੀ ਪਿਕ ਦਰਸ਼ਨ ਸੋਈ। ਤੇ ਆਪ ਦੇ ਅੰਮ੍ਰਿਤਮਈ ਬਚਨ ਨਹੀਂ ਮੈਂ ਕੰਨਾਂ ਨਾਲ ਸੁਣ ਸਕੀ। ਇਸ ਤਰ੍ਹਾਂ ਦਰਸ਼ਨ ਕਰਕੇ ਹੀ ਮੈਂ ਇੰਨੇ ਦਿਨ ਜਿਉਂਦੀ ਰਹੀ ਹਾਂ। ਪਿਤੇ ਆਦਿਕ ਕਹਿ ਸੁਨ ਕਰ ਬੈਨ। ਸੋ ਇਸ ਤਰ੍ਹਾਂ ਇਹ ਪ੍ਰੇਮ ਦੀ ਅਵਸਥਾ ਬੀਬੀ ਕੌਲਾਂ ਜੀ ਦੀ ਸਾਧ ਸੰਗਤ ਜੀ ਮਹਾਰਾਜ ਦੇ ਚਰਨਾਂ ਨਾਲ, ਸੋ ਸਤਿਗੁਰੂ ਜੀ ਨਾਲ ਬਚਨ ਬਿਲਾਸ ਕੀਤੇ ਹਨ। ਔਰ ਆਨੰਦਪੁਰ ਗਮਨੀ ਐਨ। ਤੇ ਬੜਾ ਹੀ ਹਿਰਦੇ ਦੇ ਵਿੱਚ ਉਹਦੇ ਅਥਾਹ ਆਨੰਦ ਹੈ। ਉਸ ਅਵਸਥਾ 'ਚ ਸੀ ਜਿਸ ਨੂੰ ਭਗਤ ਕਬੀਰ ਸਾਹਿਬ ਨੇ ਕਿਹਾ, ਪੰਥ ਨਿਹਾਰੈ ਕਾਮਣੀ ਲੋਚਨ ਭਰੀ ਲਿਓ ਸਾਸਾ। ਉਰ ਨਾ ਭਿੱਜੈ ਪੱਗ ਨਾ ਖਿਸੈ ਹਰ ਦਰਸ਼ਨ ਕੀ ਆਸਾ। ਗੁਰੂ ਸਾਹਿਬ ਦੇ ਦਰਸ਼ਨਾਂ ਦੀ ਪਿਆਸ। ਤੇ ਸੱਚ ਬਾਬਾ ਫਰੀਦ ਸਾਹਿਬ ਜੀ ਇਸੇ ਕਰਕੇ ਬਾਣੀ 'ਚ ਕਹਿੰਦੇ ਆ ਨਾ ਕਿ ਇਹ ਜਿਹੜਾ ਬਿਰਹਾ ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਗਿਆ, ਸੱਚਮੁੱਚ ਹੀ ਉਹ ਬਿਰਹਾ ਜਿਨ੍ਹਾਂ ਨੇ ਧਾਰਨ ਕਰ ਲਿਆ, ਉਹ ਸੁਲਤਾਨ ਨੇ, ਉਹ ਬਾਦਸ਼ਾਹ ਨੇ। ਤੇ ਜਿਨ੍ਹਾਂ ਦੇ ਅੰਦਰ ਇਹ ਬਿਰਹਾ ਪੈਦਾ ਨਹੀਂ ਹੋਇਆ, ਵਾਹਿਗੁਰੂ ਨਾਲੋਂ ਮਿਲ ਵਿਛੋੜੇ ਦਾ ਅਹਿਸਾਸ ਨਹੀਂ ਹੋਇਆ, ਤੇ ਵਾਹਿਗੁਰੂ ਨਾਲ ਮਿਲਣ ਦੀ ਤਾਂਘ ਨਹੀਂ ਪੈਦਾ ਹੋਈ, ਹਿਰਦੇ 'ਚ ਭਾਉ ਭਗਤੀ ਕਰਨ ਦਾ ਚਾਅ ਨਹੀਂ ਪੈਦਾ ਹੋਇਆ, ਤੇ ਕਹਿੰਦੇ ਉਹ ਤਨ ਫਿਰ ਮਸਾਣਾ ਤੋਂ ਵੱਧ ਕੇ ਕੁਝ ਵੀ ਨਹੀਂ। ਜਿਵੇਂ ਮਸਾਣ ਸੁੰਨੇ ਪਏ ਨੇ, ਬੀਆ ਬਾਣ ਉਜਾੜ ਹੈ, ਇਸ ਤਰ੍ਹਾਂ ਦੇ ਉਹ ਜਿਹੜੇ ਹਿਰਦੇ ਨੇ, ਉਹ ਜਿਹੜੇ ਸਰੀਰ ਨੇ, ਉਹ ਬਿਲਕੁਲ ਮਸਾਣਾ ਦੀ ਤਰ੍ਹਾਂ ਨੇ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋਂ ਨਾ ਉਪਜੈ ਸੋ ਤਨ ਜਾਣ ਮਸਾਣ। ਸੋ ਇਹ ਸਾਖੀ ਸਾਧ ਸੰਗਤ ਸਾਨੂੰ ਪ੍ਰੇਰਨਾ ਬਖਸ਼ਦੀ ਹੈ। ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਦੀ ਜਾਚ ਦੱਸਦੀ, ਸੱਚੇ ਪਾਤਸ਼ਾਹ ਆਪ ਦੇ ਦਰਸ਼ਨਾਂ ਦੀ ਤਾਂਘ
ਸਾਡੇ ਹਿਰਦੇ ਵਿੱਚ ਪੈਦਾ ਹੋ ਜਾਵੇ। ਸਾਡੇ ਹਿਰਦੇ ਨੂੰ ਤੁਹਾਡੇ ਦਰਸ਼ਨਾਂ ਦਾ, ਤੁਹਾਡੇ ਪ੍ਰੇਮ ਦਾ ਰੰਗ ਲੱਗ ਜਾਵੇ। ਤੋ ਐਸਾ ਪ੍ਰੇਮ ਬੀਬੀ ਕੌਲਾਂ ਦੇ ਮਨ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈ ਹੈ। ਸਤਿਗੁਰੂ ਜੀ ਨਾਲ ਬਚਨ ਵਿਲਾਸ ਕੀਤੇ, ਮਹਾਰਾਜ ਨੇ ਬਖਸ਼ਿਸ਼ ਕੀਤੀ ਤੇ ਦਰਸ਼ਨ ਕਰਕੇ ਫਿਰ ਵਾਪਸ ਆਪਣੇ ਘਰ ਨੂੰ ਚਲੀ ਗਈ ਹੈ। ਆਨ ਪਾਨ ਕਰ ਸਤਿਗੁਰ ਫੇਰ ਸਤਿਗੁਰੂ ਮਹਾਰਾਜ ਜੀ ਭੋਜਨ ਪ੍ਰਸ਼ਾਦਾ ਛਕਿਆ ਹੈ ਸੁਖਤ ਜਥਾ ਸੁਖ ਸੁਖਤ ਬਟੇਰ ਤੇ ਸੁਖ ਦੇ ਸਹਿਤ ਸੱਚੇ ਪਾਤਸ਼ਾਹ ਜੀ ਨੇ ਵਿਸ਼ਰਾਮ ਕੀਤਾ, ਸੌਂ ਗਏ ਹਨ। ਜਾਮ ਜਾਮਨੀ ਜਾਗੇ ਨਾਥ ਤੇ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜਾਗੇ ਹਨ। ਸੋਚ ਇਸ਼ਨਾਨ ਕੀਨ ਜਲ ਸਾਥ ਤੇ ਫਿਰ ਅੰਮ੍ਰਿਤ ਵੇਲੇ ਉੱਠ ਕੇ ਸ਼ੌਚ ਇਸ਼ਨਾਨ ਕੀਤਾ ਹੈ। ਨਿਜ ਸਰੂਪ ਮੈਂ ਸਥਿਤ ਭਏ ਫਿਰ ਸਤਿਗੁਰੂ ਮਹਾਰਾਜ ਆਪਣੇ ਨਿੱਜੀ ਸਰੂਪ ਦੇ ਵਿੱਚ ਟਿਕ ਗਏ ਹਨ। ਧਿਆਨ ਪਰਾਇਣ ਬੈਠਤ ਭਏ ਤੇ ਅੰਤਰ ਆਤਮਾ ਵਿੱਚ ਧਿਆਨ ਸਤਿਗੁਰੂ ਜੀ ਨੇ ਟਿਕਾਇਆ ਹੈ। ਦਿਨ ਕਰ ਉਦੈ ਪ੍ਰਕਾਸ਼ ਉਸਾਰੇ ਇਸ ਤਰ੍ਹਾਂ ਜਦੋਂ ਫਿਰ ਦਿਨ ਚੜਿਆ, ਪ੍ਰਕਾਸ਼ ਹੋਇਆ ਹੈ। ਕਮਲ ਬਿਲੋਚਨ ਤਬਹਿ ਉਗਾਰੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਕਮਲ ਸਰੀਖੇ ਜਿਹੜੇ ਨੇਤਰ ਉਹ ਖੋਲੇ ਹਨ। ਚੌਂਕੀ ਗਾਏ ਬਿਲਾਵਲ ਕੇਰੀ ਫੇਰ ਅੰਮ੍ਰਿਤਮਈ ਬਾਣੀ ਦਾ ਬਿਲਾਵਲ ਰਾਗ ਦੀ ਚੌਂਕੀ ਦਾ ਸ਼ਬਦ ਕੀਰਤਨ ਹੋਇਆ ਹੈ। ਗਾਏ ਗਾਏ ਨਰ ਗਨ ਗੁਰਹੇਰੀ ਤੇ ਇਸ ਤਰ੍ਹਾਂ ਦੀਵਾਨ ਸੱਜੇ ਗੁਰਬਾਣੀ ਦਾ ਕੀਰਤਨ ਹੋ ਰਿਹਾ। ਸਰਬੱਤ ਸੰਗਤਾਂ ਆਣ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੀਆਂ ਹਨ। ਬੜੋ ਦੀਵਾਨ ਲਗਿਓ ਗੁਰ ਤੀਰ ਸੋ ਇਸ ਤਰ੍ਹਾਂ ਸਤਿਗੁਰੂ ਜੀ ਦੇ ਹਜ਼ੂਰੀ 'ਚ ਬਹੁਤ ਵੱਡਾ ਦੀਵਾਨ ਸੱਜਿਆ ਹੈ। ਆਵਤ ਜਾਤ ਨਰਨ ਕੀ ਭੀੜ ਬਹੁਤ ਸਾਰੇ ਸਿੱਖ ਸੇਵਕ ਆਉਂਦੇ ਜਾਂਦੇ ਹਨ, ਬਹੁਤ ਸੰਗਤਾਂ ਦੀ ਭੀੜ ਹੈ। ਸਗਲੇ ਪੁਰ ਮੈਂ ਰਵਨਕ ਹੋਈ ਸਾਰੇ ਨਗਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਹੁਤ ਜ਼ਿਆਦਾ ਰੌਣਕ ਹੈ। ਕਾਰਜ ਪਨਹਿ ਸੁਨੈ ਸਭ ਕੋਈ ਤੇ ਸਤਿਗੁਰੂ ਮਹਾਰਾਜ ਜੀ ਦਾ ਆਉਣਾ ਆਗਮਨ ਜਦੋਂ ਸੁਣਦੇ ਹਨ, ਆਣ ਕੇ ਦਰਸ਼ਨ ਕਰਦੇ, ਬੇਨਤੀਆਂ ਕਰਦੇ ਹਨ। ਸੁਖਟਨ ਕੋ ਵਸਤੂ ਜੋ ਚਾਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਸਿੱਖਾਂ ਸੇਵਕਾਂ ਦੀਆਂ ਬੇਨਤੀਆਂ ਸੁਣਦੇ। ਜਿਹੜੇ ਸੁਭਾਟ ਸੂਰਬੀਰ ਯੋਧੇ ਹਨ, ਮਹਾਰਾਜ ਦੀ ਜੋ ਫੌਜ ਦੇ ਸਿਪਾਹੀ ਹਨ, ਸੂਰਬੀਰ ਸਿੱਖ ਸ਼ਸਤਰਧਾਰੀ, ਉਹਨਾਂ ਨੂੰ ਪੁੱਛਦੇ ਨੇ ਜਿਸ ਤਰ੍ਹਾਂ ਦੀ ਵਸਤੂ ਜਿਸ ਕਿਸੇ ਨੂੰ ਚਾਹੀਦੀ ਹੈ, ਜਾਂਚਤ ਪਾਵਤ ਸਤਿਗੁਰ ਪਾਹੀ ਉਹ ਸਤਿਗੁਰੂ ਜੀ ਕੋਲ ਬੇਨਤੀ ਕਰਕੇ ਮੰਗਦੇ ਨੇ ਤੇ ਸਤਿਗੁਰੂ ਮਹਾਰਾਜ ਸਭ ਉਹਨਾਂ ਦੀਆਂ ਬੇਨਤੀਆਂ ਪੂਰੀਆਂ ਕਰਦੇ, ਸਭ ਦਾਤਾਂ ਬਖਸ਼ਦੇ ਹਨ। ਜਾਮ ਦਿਵਸ ਲੋ ਬੈਠਨ ਕਰੈ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਇੱਕ ਪੈਰ ਤੱਕ ਬੈਠਦੇ ਹਨ ਨਿਜ ਦਾਸਨ ਕੀ ਬਾਸ਼ਾ ਪੁਰੈ ਤੇ ਆਪਣੇ ਸੇਵਕਾਂ ਦੀਆਂ, ਦਾਸਾਂ ਦੀਆਂ ਇਛਾਵਾਂ ਪੂਰੀਆਂ ਕਰਦੇ ਹਨ। ਬਾਹਰ ਉਠੈ ਅਚਵਨ ਆਹਾਰਾ ਫੇਰ ਸਤਿਗੁਰੂ ਮਹਾਰਾਜ ਪ੍ਰਸ਼ਾਦਾ ਛਕਣ ਦੇ ਵਾਸਤੇ ਉੱਠਦੇ ਹਨ ਅਨੇਕ ਪ੍ਰਕਾਰਨ ਤਿਆਰ ਸੁਧਾਰਾ ਤੇ ਫੇਰ ਬੜੇ ਪ੍ਰੇਮ ਦੇ ਨਾਲ ਸਾਧ ਸੰਗਤ ਜੀ ਅਨੇਕ ਪ੍ਰਕਾਰ ਭੋਜਨ ਜੋ ਤਿਆਰ ਹੁੰਦਾ ਹੈ ਸਤਿਗੁਰੂ ਜੀ ਦੇ ਵਾਸਤੇ, ਸੰਗਤਾਂ ਵਾਸਤੇ। ਜਨ ਸਿੱਖਣ ਮੈਂ ਭੋਜਨ ਕਰੇ ਸਰਬੱਤ ਸੰਗਤਾਂ ਦੇ ਵਿੱਚ ਸਤਿਗੁਰੂ ਬੈਠ ਕੇ, ਪੰਗਤ ਦੇ ਵਿੱਚ ਬੈਠ ਕੇ ਮਹਾਰਾਜ ਪ੍ਰਸ਼ਾਦਾ ਲੰਗਰ ਛਕਦੇ ਹਨ। ਨਾਨਾ ਭਾਂਤ ਜੋ ਬਾਸਨ ਧਰੇ ਸੋ ਕਈ ਪ੍ਰਕਾਰ ਦੇ ਜਿਹੜੇ ਭੋਜਨ ਤਿਆਰ ਹੋ ਕੇ ਬਰਤਨਾਂ ਦੇ ਵਿੱਚ ਸਤਿਗੁਰੂ ਜੀ ਦੇ ਸਾਹਮਣੇ ਪਰੋਸੇ ਜਾਂਦੇ ਹਨ। ਸੂਖਮ ਚਾਵਰ ਸੂਪ ਜੇ ਨਾਨਾ ਸੋ ਸੂਖਮ ਪਤਲੇ ਬਰੀਕ ਚੌਲ ਤੇ ਕਈ ਪ੍ਰਕਾਰ ਦੇ ਜਿਹੜੇ ਸੂਪ ਹਨ। ਗੌਤਮ ਚੂਨ ਜੋ ਸੂਖਮ ਠਾਨਾ ਇਸ ਤਰ੍ਹਾਂ ਬਰੀਕ ਚੰਗਾ ਆਟਾ ਤੇ ਹੋਰ ਕਈ ਪਦਾਰਥ ਵਿਅੰਜਨ ਅਨੇਕ ਪ੍ਰਕਾਰ ਬਨੰਤੇ ਸੋ ਅਨੇਕਾਂ ਪ੍ਰਕਾਰ ਦੇ ਸਾਧ ਸੰਗਤ ਜੀ ਗੁਰੂ ਕੀ ਰਸੋਈ ਦੇ ਵਿੱਚ ਲੰਗਰ ਤਿਆਰ ਹੁੰਦੇ ਹਨ। ਨਿਤ ਰਸੋਈ ਤੇਰੀ ਹੈ, ਘਿਓ ਮੈਦਾ ਖਾਣ ਜੋ ਗੁਰੂ ਘਰ ਦੀ ਮਰਿਆਦਾ ਚੱਲੀ ਆਈ ਹੈ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ, ਐਸੇ ਅੰਮ੍ਰਿਤਮਈ ਗੁਰੂ ਕੇ ਜਿਹੜੇ ਲੰਗਰ ਹਨ ਤਿਆਰ ਹੁੰਦੇ, ਸਰਬੱਤ ਸੰਗਤਾਂ ਛਕਦੀਆਂ ਹਨ। ਸਿੱਖ ਸੰਗਤ ਸਭ ਬੈਠ ਅਚੰਤੇ ਸਾਰੀ ਸਿੱਖ ਸੰਗਤ ਬੈਠ ਕੇ ਛਕਦੀ ਹੈ। ਦੇਗ ਵਿਸਾਲ ਗੁਰੂ ਕੀ ਚਾਲੇ ਸੋ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਬਹੁਤ ਵੱਡਾ ਲੰਗਰ ਚੱਲਦਾ ਹੈ ਊਚੈ ਸਕਲ ਆਣ ਜੁਗ ਕਾਲੇ ਤੇ ਇਸ ਤਰ੍ਹਾਂ ਸਰਬੱਤ ਸੰਗਤਾਂ ਸਭ ਜਿਹੜੇ ਲੋਕ ਹਨ, ਲੋੜਵੰਦ ਹੋਰ ਗੁਰਬੇ ਤੇ ਸੰਗਤਾਂ ਸਾਰੀਆਂ ਆਣ ਕੇ ਗੁਰੂ ਕੇ ਲੰਗਰਾਂ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਛਕਦੀਆਂ ਨੇ।
ਕਿਸੇ ਤਰ੍ਹਾਂ ਦਾ ਕੋਈ ਰੋਗ ਟੋਕ ਨਹੀਂ, ਕੋਈ ਵਿਤਕਰਾ ਵੰਡ ਨਹੀਂ ਹੈ। ਬਹੁਤ ਦੁਪਹਿਰੇ ਕਰਹਿ ਆਰਾਮ, ਫਿਰ ਸਤਿਗੁਰੂ ਮਹਾਰਾਜ ਦੁਪਹਿਰ ਨੂੰ ਵਿਸ਼ਰਾਮ ਕਰਦੇ ਹਨ ਇਕ ਹੈ ਇਕਾਂਤ ਆਪਣੇ ਧਾਮ, ਤੇ ਆਪਣੇ ਮਹਿਲਾਂ ਵਿੱਚ ਘਰ ਦੇ ਵਿੱਚ ਮਹਾਰਾਜ ਟਿਕਦੇ ਹਨ। ਕਤਰ ਕਟੀ ਤੇ ਉਠੈ ਪਿਛਾਰੀ, ਫਿਰ 4 ਘੜੀਆਂ ਵਿਸ਼ਰਾਮ ਕਰਕੇ ਸੱਚੇ ਪਾਤਸ਼ਾਹ ਜੀ ਉੱਠਦੇ ਹਨ ਕਰਹਿ ਸੁਚੇਤਾ ਨਿਰਮਲ ਬਾਰੀ, ਤੇ ਸਤਿਗੁਰੂ ਮਹਾਰਾਜ ਇਸ ਤਰ੍ਹਾਂ ਹੱਥ ਮੂੰਹ ਧੋ ਕੇ ਫਿਰ ਸੁਚੇਤ ਹੁੰਦੇ ਹਨ। ਕਬਹਿ ਅਖੇਰ ਬ੍ਰਿਤ ਕੋ ਜਾਵਹਿ, ਕਦੀ ਕਦੀ ਸੱਚੇ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਵਾਸਤੇ ਜਾਂਦੇ ਹਨ ਸੁਭਟ ਸੰਗ ਚੜ ਕੇ ਫਿਰ ਤੇ ਆਵਹਿ, ਬਹੁਤ ਸਾਰੇ ਸੂਰਬੀਰ ਵੀ ਘੋੜਿਆਂ ਤੇ ਸਵਾਰ ਹੋ ਕੇ ਮਹਾਰਾਜ ਦੇ ਨਾਲ ਚੱਲਦੇ ਹਨ। ਰਹਿ ਅਕਾਲ ਤਖਤ ਕੇ ਥਾਨ, ਤੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਫਿਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਰਾਜਦੇ ਹਨ। ਗਨ ਸੁਭਟਨ ਕੋ ਲਗਹਿ ਦੀਵਾਨ, ਤੋ ਬਹੁਤ ਵੱਡਾ ਦੀਵਾਨ ਲੱਗਦਾ ਹੈ ਜਿਸ ਵਿੱਚ ਸਭ ਸੰਗਤਾਂ ਸੂਰਬੀਰ ਯੋਧੇ ਆਣ ਕੇ ਵਿਰਾਜਦੇ ਹਨ। ਸਿੱਖ ਮਸੰਦ ਬਰਿੰਦ ਸਭ ਆਏ, ਗੁਰੂ ਸਾਹਿਬ ਜੀ ਦੇ ਕੋਲ ਸਾਰੇ ਜਿਹੜੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮਸੰਦ ਸਨ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਸੇਵਾ ਬਖਸ਼ਿਸ਼ ਕੀਤੀ ਸੀ, ਉਹ ਸਾਰੇ ਮੁਖੀ ਸਿੱਖ ਆਉਂਦੇ ਹਨ ਬੰਦਨ ਕਰ ਕਰ ਧਨ ਅਰਪਾਏ, ਤੇ ਨਮਸਕਾਰਾਂ ਕਰ ਕਰਕੇ ਜੋ ਸੰਗਤਾਂ ਦੀ ਮਾਇਆ ਦਸ਼ਵੰਧ ਦੀ ਭੇਟਾ ਉਹ ਮਹਾਰਾਜ ਦੇ ਅੱਗੇ ਭੇਟ ਕਰਦੇ ਹਨ। ਦੇਸ਼ ਵਿਦੇਸ਼ਨ ਕੀ ਗੁਰਕਾਰਾ, ਸੋ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਗੁਰੂ ਘਰ ਦੀ ਕਾਰ ਸੇਵਾ ਭੇਟਾ ਹੈ, ਆਵੈ ਦਿਨ ਪ੍ਰਤ ਦਰਬ ਹਜ਼ਾਰਾ, ਜਿਨ੍ਹਾਂ ਪ੍ਰਤੀ ਦਿਨ ਹਜ਼ਾਰਾਂ ਰੁਪਈਆ ਧਨ ਪਦਾਰਥ ਆਉਂਦਾ ਹੈ। ਸਭ ਪੁਰ ਗ੍ਰਾਮਨ ਵਿਖੇ ਮਸੰਦ, ਸਾਰੇ ਨਗਰਾਂ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਗੁਰੂ ਸਾਹਿਬ ਜੀ ਵੱਲੋਂ ਥਾਪੇ ਹੋਏ ਮਸਨੰਦ ਸਿੱਖ ਸਨ, ਮੁਖੀ ਸਿੱਖ ਸਨ, ਗੁਰੂ ਕੋ ਦਰਬ ਬਿਟੋਰਹਿ ਬ੍ਰਿੰਦ, ਉਹ ਗੁਰੂ ਸਾਹਿਬ ਜੀ ਦਾ ਜਿਹੜਾ ਸੰਗਤਾਂ ਕਿਰਤਕਾਰ ਕਰਦੀਆਂ ਸਨ ਤੇ ਮਹਾਰਾਜ ਦਾ ਜੋ ਹੁਕਮ ਸੀ ਦਸ਼ਵੰਧ ਕੱਢਣਾ, ਆਪਣੀ ਕਿਰਤ ਨੂੰ ਸਫਲ ਕਰਨਾ, ਕਿ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਉਸ ਹੁਕਮ ਦੇ ਅਨੁਸਾਰ ਸਾਰੇ ਸਿੱਖ ਜਿਹੜੀ ਆਪਣੀ ਕਿਰਤਕਾਰ ਕਰਦੇ ਉਹਦੇ ਵਿੱਚੋਂ ਦਸ਼ਵੰਧ ਕੱਢਦੇ ਸਨ, ਭਾਵ 10ਵਾਂ ਹਿੱਸਾ ਕੱਢਦੇ ਤੇ ਜਾਂ ਆਪ ਗੁਰੂ ਚਰਨਾਂ ਵਿੱਚ ਲੈ ਕੇ ਆਉਂਦੇ, ਤੇ ਜਿਨ੍ਹਾਂ ਕੋਲ ਆਪ ਨਹੀਂ ਆਇਆ ਜਾਂਦਾ ਉਹ ਫਿਰ ਜਿਹੜੇ ਗੁਰੂ ਸਾਹਿਬ ਨੇ ਮਸਨੰਦ ਥਾਪੇ ਸਨ, ਜੀਵਨ ਵਾਲੇ ਗੁਰਮੁਖ ਗੁਰਸਿੱਖ ਰਹਿਤ ਬਹਿਤ ਕਰਨੀ ਵਾਲੇ ਕਥਨੀ ਵਾਲੇ ਪੂਰੇ ਜਿਹੜੇ ਸਨ, ਉਹਨਾਂ ਨੂੰ ਫਿਰ ਉਹ ਸੰਗਤਾਂ ਧਨ ਭੇਟਾ ਕਰਦੀਆਂ। ਉਹ ਫਿਰ ਮਸਨੰਦ ਜਿਹੜੇ ਆਉਂਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਤੇ ਉਹ ਗੁਰੂ ਕਾ ਧਨ ਕਾਰ ਭੇਟਾ ਮਹਾਰਾਜ ਦੇ ਚਰਨਾਂ 'ਚ ਭੇਟ ਕਰਦੇ ਹਨ। ਪਛਮ ਵਿਖੇ ਬਿਲਾਇਤ ਮਾਹੀ, ਸੋ ਇਸ ਤਰ੍ਹਾਂ ਪੱਛਮ ਤੋਂ ਦੂਰ ਦੂਰ ਦੇਸ਼ਾਂ ਤੋਂ ਸੰਗਤ ਆਉਂਦੀ ਹੈ। ਚਲਿਓ ਆਏ ਤਨ ਸਭ ਗੁਰ ਪਾਹੀ, ਸਰਬੱਤ ਸੰਗਤਾਂ ਸ਼ਸਤਰ ਘੋੜੇ ਧਨ ਆਦਿਕ ਭੇਟਾ ਕਰਦੀਆਂ ਹਨ। ਪੂਰਬ ਦੱਖਣ ਉੱਤਰ ਸਾਰੇ, ਸੋ ਪੂਰਬ ਦਿਸ਼ਾ ਵੱਲੋਂ, ਦੱਖਣ ਦਿਸ਼ਾ ਵੱਲੋਂ, ਉੱਤਰ ਦੀ ਦਿਸ਼ਾ ਵੱਲੋਂ ਆਨੈ ਦਰਬ ਮਸੰਦ ਉਦਾਰੇ, ਸਾਰੇ ਜਿਹੜੇ ਮਸੰਦ ਹਨ ਉਹ ਧਨ ਪਦਾਰਥ ਲੈ ਕੇ ਆਉਂਦੇ ਹਨ। ਦਿਨ ਕੇ ਚੌਥੇ ਪਹਿਰ ਦੀਵਾਨ, ਫੇਰ ਦਿਨ ਦੇ ਚੌਥੇ ਪਹਿਰ ਸ਼ਾਮਾਂ ਦਾ ਦੀਵਾਨ ਸਜਦਾ ਹੈ। ਕਰਹਿ ਲਗਾਵਨ ਗੁਰੂ ਮਹਾਨ, ਸੋ ਇਹ ਗੁਰੂ ਸਾਹਿਬ ਜੀ ਮਹਾਨ ਸਤਿਗੁਰੂ ਜੀ ਪਰਉਪਕਾਰੀ ਸਤਿਗੁਰੂ ਜੀ ਫਿਰ ਦੀਵਾਨ ਸਜਾਉਂਦੇ ਨੇ। ਇਹ ਗੁਰੂ ਕਾਲ ਤੋਂ ਹੀ ਮਰਿਆਦਾ ਹੈ ਸਿੱਖ ਦਾ ਜਿਹੜਾ ਜੀਵਨ ਹੈ, ਕਿ ਉਹ ਅੰਮ੍ਰਿਤ ਵੇਲੇ ਵੀ ਸਾਧ ਸੰਗਤ ਵਿੱਚ ਉਹਨੇ ਚੱਲ ਕੇ ਜਾਣਾ, ਆਪਣਾ ਨਿੱਜੀ ਤੌਰ ਤੇ ਵੀ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨਾ, ਗੁਰਬਾਣੀ ਦਾ ਜਪ ਕਰਨਾ, ਫਿਰ ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਆਨੰਦ ਮਾਣਨਾ, ਫਿਰ ਦਿਨੇ ਕਿਰਤਕਾਰ ਵਿਹਾਰ ਕਰਨੀ ਤੇ ਸ਼ਾਮ ਦੇ ਵੇਲੇ ਫਿਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠਣਾ, ਗੁਰੂ ਕੀ ਗੋਦ ਵਿੱਚ ਬੈਠ ਕੇ ਗੁਰੂ ਕਾ ਜਸ ਸਰਵਣ ਕਰਨਾ। ਤੋ ਇਸ ਤਰ੍ਹਾਂ ਰਹਿਤਨਾਮਿਆਂ ਦੇ ਵਿੱਚ ਵੀ ਇਹ ਬਚਨ ਹਨ ਵੀ ਸਿੱਖ ਦੋਵੇਂ ਟਾਈਮ ਗੁਰੂ ਕੀ ਸਾਧ ਸੰਗਤ ਵਿੱਚ ਚੱਲ ਕੇ ਜਾਵੇ। ਇੱਕ ਇੱਕ ਕਦਮ ਗੁਰੂ ਸਾਹਿਬ ਦੇ ਦਰ 'ਤੇ ਚੱਲ ਕੇ ਆਇਆ ਪਵਿੱਤਰ ਹੁੰਦਾ। ਇੱਕ ਇੱਕ ਪਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਿਆਂ, ਹਰ ਜਸ ਸੁਣਦਿਆਂ ਸੋ ਸਾਡਾ ਸਫਲਾ ਹੁੰਦਾ ਹੈ। ਤੋ ਇਸ ਤਰ੍ਹਾਂ ਮਹਾਰਾਜ ਜੀ ਦੇ ਆਦਿ ਕਾਲ ਤੋਂ ਹੀ ਇਹ ਮਰਿਆਦਾ ਗੁਰੂ ਸਾਹਿਬ ਜੀ ਨੇ ਬੰਨੀ ਹੈ। ਤੋ ਕਹਿੰਦੇ ਮਹਾਰਾਜ ਸ਼ਾਮ ਅੰਮ੍ਰਿਤ ਵੇਲੇ ਵੀ ਦੀਵਾਨ ਸਜਾਉਂਦੇ ਨੇ, ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਸ਼ਾਮ ਨੂੰ ਵੀ ਫਿਰ ਇਸੇ ਤਰ੍ਹਾਂ ਹੀ ਦੀਵਾਨ ਸੱਜਦੇ, ਮਹਾਰਾਜ ਉਪਦੇਸ਼ ਕਰਦੇ, ਫਿਰ ਕੀਰਤਨ, ਫਿਰ ਸੋਦਾ ਰਹਿਰਾ ਸਾਹਿਬ ਜੀ ਦਾ ਜਾਪ ਹੁੰਦਾ। ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਜੀ ਦੇ ਵਿੱਚ ਹੀ ਇਹ ਮਰਿਆਦਾ ਬਣ ਦਿੱਤੀ ਸੀ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਪ ਉਚਾਰਾ। ਤੋ ਦੋਵੇਂ ਟਾਈਮ ਦੀ ਮਰਿਆਦਾ ਬੰਨੀ। ਤੋ ਇਸ ਤਰ੍ਹਾਂ ਮਹਾਰਾਜ ਸਤਿਗੁਰੂ ਜੀ
ਸ਼ਾਮਾਂ ਦੇ ਸਮੇਂ ਫਿਰ ਦੀਵਾਨ ਸਜਾਉਂਦੇ ਹਨ। ਪ੍ਰਥਮ ਨਮੈ ਕਰ ਸ੍ਰੀ ਹਰਿਮੰਦਰ, ਸਤਿਗੁਰੂ ਮਹਾਰਾਜ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਹਨ। ਚਤਰ ਪ੍ਰਦਰਸ਼ਨਾਂ ਦੇ ਕਰ ਸੁੰਦਰ, ਉੱਥੇ ਜਾ ਕੇ 4 ਪਰਿਕਰਮਾ ਕਰਦੇ ਹਨ। ਬੈਠੇ ਆਨ ਸਕਲ ਤਿਸ ਥਾਨ, ਸੋ ਫੇਰ ਸਤਿਗੁਰੂ ਮਹਾਰਾਜ ਆਣ ਕੇ ਬੈਠ ਜਾਂਦੇ ਹਨ। ਸ੍ਰੀ ਹਰਿਗੋਬਿੰਦ ਜਹਾਂ ਸੁਜਾਨ, ਤੇ ਸਾਰੀਆਂ ਸੰਗਤਾਂ ਵੀ ਗੁਰੂ ਸਾਹਿਬ ਜੀ ਦੇ ਕੋਲ ਆਣ ਕੇ ਬੈਠ ਜਾਂਦੀਆਂ ਹਜ਼ੂਰੀ ਵਿੱਚ। ਗਾਏ ਰਬਾਬੀ ਬਾਬਕ ਰਾਗ, ਤੋ ਭਾਈ ਬਾਬਕ ਜੀ ਜਿਹੜੇ ਰਬਾਬੀ ਸਨ ਗੁਰੂ ਜੀ ਦੇ ਪਿਆਰੇ, ਉਹ ਫਿਰ ਕੀਰਤਨ ਕਰਦੇ ਹਨ। ਪਹਿਲਾਂ ਭਾਈ ਸੱਤਾ ਬਲਵੰਡ ਜੀ ਕੀਰਤਨ ਕਰਦੇ ਸਨ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ, ਤੇ ਉਹਨਾਂ ਤੋਂ ਬਾਅਦ ਫਿਰ 6ਵੇਂ ਪਾਤਸ਼ਾਹ ਜੀ ਦੇ ਹਜ਼ੂਰ ਭਾਈ ਬਾਬਕ ਰਬਾਬੀ ਜੀ ਕੀਰਤਨ ਕਰਦੇ ਸਨ। ਬੜੇ ਮਹਾਨ ਸੂਰਬੀਰ ਯੋਧੇ ਵੀ ਸਨ। ਮਹਾਰਾਜ ਜੀ ਨੇ ਜਦੋਂ ਯੁੱਧ ਕਰਨੇ ਆ, ਉਹਨਾਂ ਯੁੱਧਾਂ ਦੇ ਵਿੱਚ, ਜੰਗਾਂ ਵਿੱਚ ਵੀ ਇਹਨਾਂ ਬੜੀ ਬਹਾਦਰੀ ਦੇ ਜੌਹਰ ਵਿਖਾਉਣੇ ਆ। ਤੋ ਇਸ ਤਰ੍ਹਾਂ ਭਾਈ ਬਾਬਕ ਜੀ ਜਿਹੜੇ ਗੁਰੂ ਕੇ ਰਬਾਬੀ ਸਿੰਘ ਸਿੱਖ ਹਨ, ਉਹ ਕੀਰਤਨ ਕਰਦੇ ਹਨ ਰਾਗਾਂ ਵਿੱਚ। ਗੁਰਜੁਤ ਸਿੱਖ ਸੁਣੈ ਕਰ ਰਾਗ, ਤੇ ਗੁਰੂ ਸਾਹਿਬ ਜੀ ਦੇ ਸਮੇਤ ਸਾਰੇ ਸਿੱਖ ਅੰਮ੍ਰਿਤ ਬਾਣੀ ਦਾ ਕੀਰਤਨ ਸੁਣਦੇ ਨੇ। ਗੁਰੂ ਸਾਹਿਬ ਜੀ ਆਪ ਵੀ ਸੁਣਦੇ ਤੇ ਸਰਬੱਤ ਸੰਗਤਾਂ, ਸਰਬੱਤ ਗੁਰਸਿੱਖ ਵੀ ਬੈਠ ਕੇ ਗੁਰਬਾਣੀ ਦਾ ਕੀਰਤਨ ਸੁਣਦੇ ਹਨ। ਆਣ ਆਣ ਦਰਸੈ ਸਿੱਖ ਸਾਰੇ, ਸੋ ਸਾਰੇ ਸਿੱਖ ਆਣ ਕੇ ਗੁਰਦੇਵ ਜੀ ਦੇ ਦਰਸ਼ਨ ਕਰਦੇ ਹਨ। ਰਹਿ ਮਨੋਰਥ ਕਾਂਖਾ ਵਾਰੇ, ਤੇ ਸਤਿਗੁਰੂ ਜੀ ਸਭਨਾਂ ਦੇ ਮਨੋਰਥ ਪੂਰੇ ਕਰਦੇ ਹਨ। ਕੇਤਿਕ ਆਵਤ ਚਲ ਜਗਿਆਸੀ, ਕਈ ਜਿਹੜੇ ਹਨ ਉਹ ਜਗਿਆਸੂ ਉੱਥੇ ਚੱਲ ਕੇ ਆਉਂਦੇ ਹਨ। ਕੇਤਿਕ ਮਮੋਖੀ ਸਿੱਖ ਰਹਿ ਪਾਸੀ, ਤੇ ਕਈ ਮੋਖ ਦੀ ਇੱਛਾ, ਜੀਵਨ ਦੀ ਸਫਲਤਾ ਦੀ ਜਿਨ੍ਹਾਂ ਦੇ ਮਨ 'ਚ ਇੱਛਾ ਹੈ, ਉਹ ਸਤਿਗੁਰੂ ਮਹਾਰਾਜ ਦੇ ਕੋਲ ਹੀ ਰਹਿੰਦੇ ਹਨ। ਸੇਵਾ ਕਰਹਿ ਪ੍ਰੇਮ ਤੇ ਘਣੀ, ਸੋ ਉਹ ਸਤਿਗੁਰੂ ਮਹਾਰਾਜ ਦੇ ਕੋਲ ਰਹਿ ਕੇ ਬਹੁਤ ਜ਼ਿਆਦਾ ਸੇਵਾ ਕਰਦੇ ਹਨ। ਸੁਣੈ ਕਰਨ ਤੇ ਜਿਮ ਗੁਰ ਭਣੀ, ਤੋ ਜੋ ਸਤਿਗੁਰੂ ਮਹਾਰਾਜ ਫਿਰ ਉਪਦੇਸ਼ ਕਰਦੇ ਨੇ, ਉਹਨੂੰ ਬੜੇ ਧਿਆਨ ਨਾਲ, ਬਹੁਤ ਇਕਾਗਰਤਾ ਦੇ ਨਾਲ ਸਰਵਣ ਕਰਦੇ ਹਨ। ਸੰਧਿਆ ਮੈਂ ਸੋਦਰ ਸੁਨ ਕਰਕੇ, ਸੋ ਸ਼ਾਮ ਨੂੰ ਫਿਰ ਕੀਰਤਨ ਤੋਂ ਬਾਅਦ ਫਿਰ ਸੋਦਰ ਦਾ ਪਾਠ ਹੁੰਦਾ, ਰਹਿਰਾ ਸਾਹਿਬ ਦਾ ਪਾਠ ਹੁੰਦਾ ਹੈ। ਬਾਬਾ ਬੁੱਢਾ ਸਾਹਿਬ ਜੀ ਸੋਦਰ ਦਾ ਜਾਪ ਕਰਦੇ, ਸਰਬੱਤ ਸੰਗਤਾਂ ਸਰਵਣ ਕਰਦੀਆਂ ਹਨ। ਭੋਗ ਪਰੇ ਤੇ ਸ਼ਰਧਾ ਧਰ ਕੇ, ਫਿਰ ਭੋਗ ਪੈਂਦਾ, ਸਾਰੇ ਸ਼ਰਧਾ ਸਹਿਤ ਜੁੜਦੇ ਹਨ। ਕਰ ਬੰਧੈ ਬੰਧਨ ਕਰ ਆਸ਼ੇ, ਹੱਥ ਜੋੜ ਕੇ ਫਿਰ ਗੁਰਦੇਵ ਜੀ ਦੇ ਚਰਨਾਂ 'ਚ ਨਮਸਕਾਰ ਕਰਦੇ। ਬਾਹਰ ਚਲੈ ਸਤਿਗੁਰ ਕੇ ਪਾਸ਼ੇ, ਫਿਰ ਸਤਿਗੁਰੂ ਮਹਾਰਾਜ ਉੱਠ ਕੇ ਚੱਲਦੇ ਤੇ ਸਾਰੀਆਂ ਸੰਗਤਾਂ ਗੁਰਦੇਵ ਜੀ ਦੇ ਪਿੱਛੇ ਚੱਲਦੀਆਂ ਹਨ। ਬੜੀ ਪ੍ਰਦਰਸ਼ਨਾ ਸਰ ਕੀ ਦੇਹ, ਸੋ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਮ੍ਰਿਤ ਸਰੋਵਰ ਦੀਆਂ, ਸਤਿਗੁਰੂ ਮਹਾਰਾਜ ਸਾਰੇ ਅੰਮ੍ਰਿਤ ਸਰੋਵਰ ਦੀਆਂ ਪਰਿਕਰਮਾ ਕਰਦੇ ਹਨ। ਔਰ ਦਰਸ਼ਨੀ ਦਰਸ਼ਨ ਲੇਹ, ਫਿਰ ਦਰਸ਼ਨੀ ਦਿਉੜੀ ਦੇ ਵਿੱਚ ਆਉਂਦੇ ਹਨ। ਅੰਤਰ ਕੀ ਪਰਿਕਰਮਾ ਕਰੈ, ਸੋ ਅੰਦਰ ਦੀਆਂ ਵੀ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾ ਕੇ ਪਰਿਕਰਮਾ ਕਰਦੇ ਹਨ। ਨਵੇਂ ਹੋਤ ਪ੍ਰੇਮ ਕੋ ਧਰੈ, ਤੇ ਬੜੇ ਨਿਮਰਤਾ ਦੇ ਸਹਿਤ, ਪ੍ਰੇਮ ਧਾਰਨ ਸਹਿਤ, ਪ੍ਰੇਮ ਸਹਿਤ ਦਰਸ਼ਨ ਕਰਦੇ ਹਨ। ਭਾਈ ਬ੍ਰਿਧ ਸਿੱਖ ਗੁਰਦਾਸ, ਤੇ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਗਾਵਤ ਚੌਂਕੀ ਸ਼ਬਦ ਪ੍ਰਕਾਸ਼, ਤੇ ਇਸ ਤਰ੍ਹਾਂ ਸਾਰੇ ਜਿਹੜੇ ਸਿੱਖ ਨਾਲ ਉਹਨਾਂ ਦੇ, ਸੋ ਚੌਂਕੀ ਦਾ ਜਿਹੜਾ ਸ਼ਬਦ ਗਾਇਨ ਕਰਦੇ ਨੇ, ਸ਼ਬਦ ਚੌਂਕੀ ਦੀ ਜਿਹੜੀ ਸੋ ਰੰਭਤਾ ਸੀ, ਇਹ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਸਤਿਗੁਰੂ ਜੀ ਕੈਦ ਸਨ, ਤੇ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਸਰਬੱਤ ਸੰਗਤਾਂ ਦੀ ਅਗਵਾਈ ਕਰਦਿਆਂ ਹੋਇਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅਰਦਾਸ ਕਰਕੇ ਸ਼ਬਦ ਗਾਇਨ ਕਰਦਿਆਂ ਹੋਇਆਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਹੋਕਾ ਦਿੰਦਿਆਂ, ਸੰਗਤਾਂ ਨੂੰ ਜਗਾਉਂਦਿਆਂ, ਤੇ ਮੁਰਤਜ਼ਾ ਖਾਂ ਵਰਗਾ ਜਿਹੜਾ ਅਹਿਲਕਾਰ ਸੀ, ਉਹਦੇ ਭੈ ਤੋਂ ਮੁਕਤ ਕਰਨ ਵਾਸਤੇ, ਸਮੇਂ ਦੀ ਹਕੂਮਤ ਨੂੰ ਵੰਗਾਰਨ ਦੇ ਵਾਸਤੇ, ਤੇ ਗੁਰੂ ਸਾਹਿਬ ਜੀ ਦੇ ਕੈਦ ਦੇ ਜੋ ਕੈਦ ਵਿੱਚ ਨੇ, ਉਹਦੇ ਰੋਸ ਦੇ ਵਜੋਂ ਬਾਬਾ ਬੁੱਢਾ ਸਾਹਿਬ ਜੀ ਇਹ ਸ਼ਬਦ ਚੌਂਕੀ ਲੈ ਕੇ ਗਵਾਲੀਅਰ ਦੇ ਕਿਲੇ ਤੱਕ ਜਾਂਦੇ। ਤੋ ਫਿਰ ਉਹ ਕਿਲੇ ਦੀਆਂ ਪਰਿਕਰਮਾ ਕਰਦੇ, ਉੱਥੇ ਬੈਠ ਕੇ ਹਰ ਜਸ ਕੀਰਤਨ ਕਰਦੇ, ਤੇ ਫਿਰ ਮਹਾਰਾਜ ਨੂੰ ਨਮਸਕਾਰ ਕਰਕੇ ਸੰਗਤਾਂ ਵਾਪਸ ਆਉਂਦੀਆਂ। ਤੋ ਬਾਬਾ ਬੁੱਢਾ ਸਾਹਿਬ ਜੀ ਦੀ ਇਹ ਜਿਹੜੀ ਮਰਿਆਦਾ ਸੀ ਨਾ, ਗੁਰੂ ਸਾਹਿਬ ਜੀ ਦੀ ਜਦੋਂ ਰਿਹਾਈ ਹੋਈ, ਜਿੱਥੇ ਮਹਾਰਾਜ ਆਪ ਸਰਵ ਕਲਾ ਸਮਰੱਥ, ਸਭ ਕੁਝ ਕਰਨ ਵਾਲੇ, ਉਹਨਾਂ ਦੀ ਇਹ ਸਾਰੀ ਰਚੀ ਖੇਡ ਹੈ। ਉੱਥੇ ਇਹ ਬਾਬਾ ਬੁੱਢਾ ਸਾਹਿਬ ਜੀ ਦੀਆਂ ਕੱਢੀਆਂ ਚੌਂਕੀਆਂ ਨੇ ਸਰਕਾਰ ਦੇ ਉੱਤੇ ਬਹੁਤ ਜ਼ਿਆਦਾ
ਜਿਹੜਾ ਸੀ ਨਾ ਉਹ ਦਬਾਅ ਪਾ ਦਿੱਤਾ ਸੀ। ਖੂਫੀਆਂ ਰਿਪੋਰਟਾਂ ਪਹੁੰਚ ਗਈਆਂ ਸਨ ਬਾਦਸ਼ਾਹ ਜਹਾਂਗੀਰ ਤੱਕ ਵੀ ਜਿਹੜੇ ਹਿਸਾਬ ਨਾਲ ਇਹ ਸਿੱਖ ਸੰਗਤਾਂ ਦੇ ਮਨਾਂ ਵਿੱਚ ਰੋਹ ਵੱਧ ਰਿਹਾ ਏ ਤੇ ਇੰਨੀ ਵੱਡੀ ਗਿਣਤੀ ਵਿੱਚ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਦੀ ਅਗਵਾਈ 'ਚ ਸੰਗਤਾਂ ਲਾਮਬੰਦ ਹੋ ਰਹੀਆਂ ਨੇ, ਜੇ ਇਹ ਰੋਹ ਇਸੇ ਤਰ੍ਹਾਂ ਵੱਧਦਾ ਗਿਆ ਤੇ ਸਰਕਾਰ ਵਾਸਤੇ ਬੜਾ ਵੱਡਾ ਖਤਰਾ ਹੋਵੇਗਾ। ਤੋ ਇਹ ਬਹੁਤ ਵੱਡਾ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਦੇ ਅੰਦਰ ਇੱਕ ਭੈ ਪੈਦਾ ਕਰ ਦਿੱਤਾ ਸੀ। ਤੋ ਉਦੋਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਜਾਂਦੇ ਤੇ ਸ਼ਬਦ ਚੌਂਕੀ ਦੀ ਮਰਿਆਦਾ ਚਲਾਈ। ਉਸ ਤੋਂ ਬਾਅਦ ਵੀ ਫਿਰ ਇਹ ਮਰਿਆਦਾ ਚੱਲਦੀ ਰਹੀ। ਜਦੋਂ ਮਹਾਰਾਜ ਸ੍ਰੀ ਨਾਨਕ ਮਤਾ ਸਾਹਿਬ ਗਏ, ਡਰੌਲੀ ਭਾਈ ਵਿਖੇ ਗਏ, ਤੇ ਉਦੋਂ ਵੀ ਸੰਗਤਾਂ ਜਿਹੜੀਆਂ ਇਸੇ ਤਰ੍ਹਾਂ ਮਹਾਰਾਜ ਨੂੰ ਯਾਦ ਕਰਦਿਆਂ ਤੇ ਪਰਿਕਰਮਾ ਕਰਦੀਆਂ, ਸ਼ਬਦ ਗਾਇਨ ਕਰਦੀਆਂ। ਤੇ ਬਾਅਦ ਦਸਤੂਰ ਉਸੇ ਤਰ੍ਹਾਂ ਹੀ ਅੱਜ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਉਹ ਚਲਾਈ ਹੋਈ ਮਰਿਆਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਬਦ ਚੌਂਕੀ ਦੀ ਮਰਿਆਦਾ ਹੈ। ਤੇ ਇਹ ਵੀ ਇੱਕ ਬੜੀ ਵੱਡੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਵੇਲੇ ਕੀਰਤਨ ਹੁੰਦਾ, ਜਿਉਂ ਸਵੇਰੇ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ ਹੁੰਦਾ ਹੈ। ਪਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੀ ਇਹ ਸ਼ਬਦ ਚੌਂਕੀ ਅੰਦਰ ਪਹੁੰਚਦੀ ਹੈ, ਗੁਰਸਿੱਖ ਕੀਰਤਨ ਕਰਦੇ ਉਹ ਮਰਿਆਦਾ ਅਨੁਸਾਰ ਸ਼ਬਦ ਗਾਇਨ ਕਰਦੇ ਜਾਂਦੇ ਨੇ, ਉਸ ਵੇਲੇ ਕੀਰਤਨ ਜਿਹੜਾ ਹੈ ਨਾ ਉਹ ਰੋਕ ਦਿੱਤਾ ਜਾਂਦਾ ਹੈ ਸਤਿਕਾਰ ਵਜੋਂ। ਤੋ ਇਸ ਤਰ੍ਹਾਂ ਇਹ ਸ਼ਬਦ ਚੌਂਕੀ ਦੀ ਮਰਿਆਦਾ ਬਾਬਾ ਬੁੱਢਾ ਸਾਹਿਬ ਜੀ ਨੇ ਤੋਰੀ ਸੀ। ਸੋ ਕਹਿੰਦੇ ਉਸੇ ਤਰ੍ਹਾਂ ਹੀ ਗੁਰੂ ਸਾਹਿਬ ਦੇ ਵੇਲੇ ਉਹ ਸ਼ਬਦ ਚੌਂਕੀ ਮਰਿਆਦਾ ਸੰਗਤਾਂ ਸ਼ਬਦ ਗਾਇਨ ਕਰਦੀਆਂ ਜਾਂਦੀਆਂ ਹਨ ਤੇ ਹੌਲੀ ਹੌਲੀ ਪ੍ਰਦਰਸ਼ਨਾਂ ਕਰਦੇ ਹੋਏ ਸ਼ਬਦ ਪੜ੍ਹਦੇ ਜਾਂਦੇ ਹਨ। ਸ਼ਬਦ ਪੜ੍ਹਤ ਸਮਝਤ ਸੁਖ ਲੇਤੇ, ਸ਼ਬਦ ਪੜ੍ਹਦੇ, ਬਾਣੀ ਪੜ੍ਹਦੇ, ਸਮਝਦੇ ਬੜਾ ਸੁਖ ਆਨੰਦ ਪ੍ਰਾਪਤ ਕਰਦੇ ਹਨ। ਵੇਖਤ ਭਏ ਪ੍ਰਸੰਨ ਬਿਲੰਦ, ਗੁਰੂ ਹਰਗੋਬਿੰਦ ਸਾਹਿਬ ਜੀ ਵੇਖ ਕੇ ਬਹੁਤ ਪ੍ਰਸੰਨ ਹੋਏ। ਭਗਤ ਭਏ ਸ੍ਰੀ ਹਰਗੋਬਿੰਦ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਇਵੇਂ ਬਾਬਾ ਬੁੱਢਾ ਸਾਹਿਬ ਜੀ ਗਵਾਹੀ ਕਰਦੇ ਭਾਈ ਗੁਰਦਾਸ ਜੀ ਨਾਲ ਤੇ ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋਏ ਜਾਂਦੇ ਨੇ ਨਾ, ਸਿੱਖ ਪਰਿਕਰਮਾ ਕਰਦੇ ਨੇ, ਤੇ ਗੁਰੂ ਸਾਹਿਬ ਜੀ ਵੇਖ ਕੇ ਬਹੁਤ ਪ੍ਰਸੰਨ ਹੋਏ। ਤੇ ਪ੍ਰਸੰਨ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ, ਧੰਨ ਬ੍ਰਿਧ ਭਾਈ ਸ਼ੁਭਰੀਤ। ਕਹਿਣ ਲੱਗੇ, ਧੰਨ ਬ੍ਰਿਧ ਜੀ, ਧੰਨ ਬਾਬਾ ਬੁੱਢਾ ਸਾਹਿਬ ਜੀ, ਇਹ ਤੁਸੀਂ ਬਹੁਤ ਹੀ ਸਾਡੇ ਪਿੱਛੋਂ ਜਿਹੜੀ ਸ਼ੁਭ ਰੀਤ ਚਲਾਈ ਹੈ। ਕਰੀ ਸਦਾ ਸਰ ਪਰ ਤਰ ਪ੍ਰੀਤ। ਸੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਹ ਆਪ ਜੀ ਨੇ ਬੜੀ ਪ੍ਰੀਤ ਵਾਲੀ ਤੇ ਬੜੀ ਹੀ ਸ਼ੁਭ ਰੀਤ ਜਿਹੜੀ ਚਲਾਈ ਹੈ। ਕਰੇ ਸਰਾਹਨ ਪੁੰਨ ਗੁਰਦਾਸ। ਇਸੇ ਤਰ੍ਹਾਂ ਫਿਰ ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵੀ ਸਲਾਹੁਤਾ ਕੀਤੀ ਹੈ, ਉਹਨਾਂ ਦੀ ਵੀ ਵਡਿਆਈ ਕੀਤੀ ਹੈ। ਆਹੋ ਧੰਨ ਬੜ ਪ੍ਰੇਮ ਪ੍ਰਕਾਸ਼। ਇਹ ਭਾਈ ਗੁਰਦਾਸ ਜੀ ਤੁਸੀਂ ਵੀ ਧੰਨ ਹੋ, ਤੁਹਾਡੇ ਹਿਰਦੇ ਵਿੱਚ ਅਥਾਹ ਗੁਰੂ ਪ੍ਰੇਮ ਦਾ ਪ੍ਰਕਾਸ਼ ਹੈ। ਪੁਨਹ ਜਾਮਨੀ ਮੈਂ ਗੁਰ ਜਾਵੈ। ਤੋ ਇਸ ਤਰ੍ਹਾਂ ਫਿਰ ਸਤਿਗੁਰੂ ਮਹਾਰਾਜ ਰਾਤ ਦੇ ਸਮੇਂ ਆਪਣੇ ਨਿਵਾਸ ਸਥਾਨ ਤੇ ਜਾਂਦੇ ਹਨ। ਸੁਖ ਸਮੇਤ ਸ਼ੁਭ ਸਤਨ ਬਿਤਾਵੈ। ਤੇ ਸੁਖ ਦੇ ਸਮੇਤ ਸਤਿਗੁਰੂ ਮਹਾਰਾਜ ਸੋ ਰਾਤ ਬਤੀਤ ਕਰਦੇ ਹਨ ਸੌਂ ਕੇ। ਸੋ ਇਸ ਤਰ੍ਹਾਂ ਇਹ ਸਾਰੀ ਮਰਿਆਦਾ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਮਹਾਰਾਜ ਜੀ ਦੀ, ਜੋ ਅੰਮ੍ਰਿਤ ਵੇਲੇ ਉੱਠ ਕੇ ਸ਼ੌਚ ਇਸ਼ਨਾਨ ਕਰਕੇ ਫਿਰ ਸਮਾਧੀ ਲੀਨ ਹੋਣਾ, ਇਕਾਗਰ ਚਿਤ ਅੰਤਰਾਤਮੇ ਧਿਆਨ ਜੁੜ ਕੇ ਬੈਠਣਾ, ਦੀਵਾਨ ਸੱਜਣੇ, ਸੰਗਤਾਂ ਨੂੰ ਦਰਸ਼ਨ ਦੇਣੇ, ਸਾਰੇ ਦਿਨ ਦੀ ਜਿਹੜੀ ਮਰਿਆਦਾ ਗੁਰੂ ਸਾਹਿਬ ਜੀ ਦੀ ਉਹ ਇੱਥੇ ਭਾਈ ਸੰਤੋਖ ਸਿੰਘ ਜੀ ਨੇ ਵਰਣਨ ਕੀਤੀ ਹੈ। ਜਿਵੇਂ ਸੱਚੇ ਪਾਤਸ਼ਾਹ ਜੀ ਸਿੱਖਾਂ ਸੇਵਕਾਂ ਨੂੰ ਕਿਰਤਾਰਥ ਕਰ ਰਹੇ ਹਨ, ਸੋ ਜਿਵੇਂ ਅੱਗੇ ਪ੍ਰਸੰਗ ਆਵੇਗਾ ਇਸੇ ਤਰ੍ਹਾਂ ਹੀ ਆਪਾਂ ਆਉਣ ਵਾਲੇ ਸਮੇਂ ਵਿੱਚ ਸਰਵਣ ਕਰਾਂਗੇ ਜੀ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਰੇ ਸਰਾਹਨ ਪੁਨ ਗੁਰਦਾਸ, ਆਹੋ ਧੰਨ ਬੜ ਪ੍ਰੇਮ ਪ੍ਰਕਾਸ਼। ਪੁਨਹ ਜਾਮਨੀ ਮਹਿ ਗੁਰ ਜਾਵੈ, ਸੁਖ ਸਮੇਤ ਸ਼ੁਭ ਸਦਨ ਬਿਤਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।